ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। जोनी डोबरा जी दे नाल आओ गलबात करदे हां जोनी डोबरा जी दे नाल हादसे दी घटना दे संबंध सब तो पहले सिटी लाइव करने ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਜੈ ਭੀਮ ਜੈ ਭਾਰਤ। ਸਭ ਤੋਂ ਪਹਿਲਾਂ ਸਿਟੀ ਲਾਈਵ ਦੇ ਜਿੰਨੇ ਵੀ ਦਰਸ਼ਕ ਆ ਮੈਂ ਸਾਰਿਆਂ ਨੂੰ ਤੇ ਸਾਡੇ ਭਾਰਤ ਦੇਸ਼ ਦੇ ਜਿੰਨੇ ਵੀ ਭਗਵਾਨ ਵਾਲਮੀਕੀ ਮਹਾਰਾਜ ਦਾ ਨਾਮ ਲੈਵਲ ਹੋਗਾ ਤੁਹਾਨੂੰ ਸਭ ਤੋਂ ਸਾਰਿਆਂ ਨੂੰ ਹੀ ਪਰਮ ਪਿਤਾ ਪਰਮਾਤਮਾ ਜਨਮ ਤਰਕਾਲਦਰਸ਼ੀ ਮਾਂ ਸੀਤਾ ਰਕਸ਼ਕ ਲਵ ਕੁਸ਼ ਪਾਲਕ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਵਾ ਤੇ ਤੁਹਾਨੂੰ ਸਾਰਿਆਂ ਨੂੰ ਹੀ ਵੀਰੋ ਅੱਜ ਜਿਹੜਾ ਤੁਹਾਡਾ ਸਿਟੀ ਲਾਈਵ ਆ ਚੈਨਲ ਤੋਂ ਕੋਈ ਵੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਕ੍ਰਾਂਤੀਕਾਰੀ ਜੈ ਭੀਮ ਸਾਥੀਓ। जोनी डोबरा जी ਜੇਕਰ ਆਪਾਂ ਗੱਲ ਕਰੀਏ ਤੁਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਬਹੁਤ ਹੀ ਵਧੀਆ ਸ਼ਬਦਾਂ ਨਾਲ ਕਰੀ ਹੈ ਕਿ ਸਾਡੇ ਬਾਲਮੀਕ ਸਮਾਜ ਜੀ ਦੀ ਔਰ ਸਾਡੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਸ ਤਰ੍ਹਾਂ ਤੁਸੀਂ ਬਾਲਮੀਕ ਮਹਾਰਾਜ ਜੀ ਦਾ ਨਾਮ ਲਿਆ ਮਹਾਰਾਜ ਜੀ ਦਾ ਔਰ ਤੁਸੀਂ ਗੱਲ ਸ਼ੁਰੂ ਕੀਤੀ ਕਿ ਉਹਨਾਂ ਦਾ ਪ੍ਰਗਟ ਦਿਵਸ ਜਿਹੜਾ ਆ ਰਿਹਾ ਹੈ ਤੇ ਉਸ ਸੰਬੰਧ ਵਿੱਚ ਜੇਕਰ ਆਪਾਂ ਗੱਲ ਕਰੀਏ ਹੁਣ ਦੇ ਦਲਿਤ ਸਮਾਜ ਦੀ ਮੁੱਦਾ ਅੱਜ ਆਪਣੀ ਗੱਲਬਾਤ ਇਹ ਹੈ ਕਿ ਇਹੋ ਜਿਹਾ ਕੀ ਕਾਰਨ ਹੈ ਕਿ ਜਦੋਂ ਵੀ ਕੋਈ ਅਤਿਆਚਾਰ ਹੁੰਦਾ ਹੈ ਜਾਂ ਜਦੋਂ ਵੀ ਕੋਈ ਧੱਕਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਅਟੈਕ ਜੋ ਹੈ ਦਲਿਤ ਭਾਈਚਾਰੇ ਤੇ ਹੁੰਦਾ ਹੈ ਐਸੀ ਭਾਈਚਾਰੇ ਤੇ ਹੁੰਦਾ ਹੈ। ਜਿਹੜਾ ਇਹ ਦੇਸ਼ ਆ ਤੇ ਭਾਰਤ ਦੇਸ਼ ਇਹਦੇ ਵਿੱਚ 85% ਜਿਹੜੀ ਆਬਾਦੀ ਆ ਉਹ ਦਲਿਤ ਸਮਾਜ ਦੀ ਹੈ। ਜਿਹੜੇ ਇੱਥੇ ਦੇ ਮੂਲ ਨਿਵਾਸੀ ਲੋਕ ਆ ਅਸੀਂ ਲੋਕ ਆ ਦਲਿਤ ਸਮਾਜ ਦੇ ਲੋਕ ਜਿਹੜੀ ਸਾਡੀ ਆਬਾਦੀ ਹੈ 85% ਆ 85% ਦੀ ਆਬਾਦੀ ਹੋਣ ਦੇ ਨਾਲ ਦੇਸ਼ ਦੇ ਵਿੱਚ ਜਿਹੜਾ ਬਹੁਤ ਵੱਡਾ ਹਿੱਸਾ ਦਾ ਦਲਿਤ ਦਾ ਇਸ ਕਰਕੇ ਜਿਹੜੀਆਂ ਪਿੱਛੇ ਕਮਿਊਨਿਟੀਆਂ ਰਹਿ ਗਈਆਂ ਥੋੜੀ ਥੋੜੀ ਮਾਤਰਾ ਵਿੱਚ ਜਦੋਂ ਉਹਨਾਂ ਨੇ ਆਪਣਾ ਵਸਚਰ ਜਿਹੜਾ ਕਾਇਮ ਕਰਨਾ ਹੁੰਦਾ ਆਪਣੀ ਤਾਕਤ ਨੂੰ ਜਾਂ ਆਪਣੇ ਆਪ ਨੂੰ ਤੁਸੀਂ ਜਿੱਦਾਂ ਕਹਿ ਲਓ ਵੀ ਹਾਈਲਾਈਟ ਕਰਨਾ ਹੈ ਦੇਸ਼ ਦੇ ਵਿੱਚ ਤੇ ਉਹਦਾ ਜਿਹੜਾ ਪਹਿਲਾ ਸਟੈਪ ਹੁੰਦਾ ਵਾ ਉਹ ਦਲਿਤ ਸਮਾਜ ਨੂੰ ਧੱਕਾ ਹੀ ਹੁੰਦਾ। ਇਸ ਕਰਕੇ ਮੈਨੂੰ ਲੱਗਦਾ ਵਾ ਕੁਝ ਸਾਡੇ ਸਮਾਜ ਦਾ ਅਨਪੜ੍ਹ ਰਹਿਣਾ ਕੁਝ ਆਪਣੇ ਸਮਾਜ ਦੇ ਪ੍ਰਤੀ ਆਪਣੇ ਲੋਕਾਂ ਦੇ ਪ੍ਰਤੀ ਜਾਗਰੂਕ ਨਾ ਹੋਣ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਦਲਿਤਾਂ ਦੇ ਉੱਪਰ ਅਤਿਆਚਾਰ ਹੋਣਾ। ਸਾਡੇ ਜਿਹੜੇ ਲੋਕ ਆ 85% ਲੋਕ ਅਸੀਂ ਇਸ ਦੇਸ਼ ਦੇ ਅਸਲੀ ਮੂਲ ਨਿਵਾਸੀ ਰਾਜੇ ਆ। ਜੇ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਬਾਬਾ ਸਾਹਿਬ ਨੂੰ ਤੁਸੀਂ ਪੜ੍ਹੋ ਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਇਸ ਦੇਸ਼ ਦੇ 85% ਲੋਕ ਆ ਅਸੀਂ ਦੇਸ਼ ਦੇ ਰਾਜੇ ਆ ਮੂਲ ਨਿਵਾਸੀ ਰਾਜੇ। ਪੜ੍ਹੇ ਲਿਖੇ ਹੋਣ ਦੇ ਨਾ ਕਾਰਨ ਸਾਨੂੰ ਇਹਨਾਂ ਲੋਕਾਂ ਨੇ ਮਨੂ ਸਮ੍ਰਿਤੀ ਦੀਆਂ ਛਲ ਕਪੜ ਦੀਆਂ ਚਾਲਾਂ ਦੇ ਨਾਲ ਸਾਨੂੰ ਇਸ ਦੇਸ਼ ਦੇ ਗੁਲਾਮ ਬਣਾ ਦਿੱਤਾ। ਤੇ ਜਿਹੜਾ ਸਾਡਾ ਸਮਾਜ ਆ ਤੁਸੀਂ ਦੇਖੋ ਵੀ ਪੂਰੇ ਭਾਰਤ ਵਿੱਚ ਇੱਕ ਪੰਜਾਬ ਹੀ ਐਸੀ ਸਟੇਟ ਆ ਜਿੱਥੇ ਕਿ ਦਲਿਤ ਸਮਾਜ ਦੀ ਜਿਹੜੀ ਤੁਸੀਂ ਲਾ ਲਓ ਵੀ ਸ਼ਕਤੀ ਆ ਇੱਥੇ ਦੀ ਜਿਹੜੀ ਸਥਿਤੀ ਆ ਪੰਜਾਬ ਦੇ ਵਿੱਚ ਤੁਸੀਂ ਦੇਖੋ ਵੀ ਬਿਲਕੁਲ ਸਹੀ ਆ। ਤੁਸੀਂ ਪੰਜਾਬ ਨੂੰ ਜੇ ਛੱਡ ਦਿਓ ਭਾਰਤ ਵਿੱਚ ਜਿੰਨੀ ਵੀ ਸਟੇਟਾਂ ਵਾ ਭਾਰਤ ਦੇਸ਼ ਵਿੱਚ ਤੁਸੀਂ ਦੇਖੋ ਦਲਿਤਾਂ ਦੀ ਸਥਿਤੀ ਅੱਜ ਦੇ ਟਾਈਮ 'ਚ ਕੀ ਆ। ਇੱਕ ਮਿੰਟ ਡੁਬਰਾ ਜੀ ਤੁਹਾਡੀ ਗੱਲ ਵਿੱਚ ਕੱਢ ਰਹੀ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਕਿ ਪੰਜਾਬ ਦੇ ਵਿੱਚ ਜੋ ਦਲਿਤਾਂ ਦੀ ਸਥਿਤੀ ਹੈ ਉਹ ਅਦਰ ਸਟੇਟਾਂ ਨਾਲੋਂ ਬੈਟਰ ਹੈ ਬਟ ਤੁਹਾਡੀ ਜਾਣਕਾਰੀ ਵਿੱਚ ਹੋਏਗਾ ਕਿ ਸਾਡੇ ਸੀਐਮ ਕੈਪਟਨ ਅਮਰਿੰਦਰ ਸਿੰਘ ਜੀ ਦੇ ਸ਼ਹਿਰ ਦੇ ਵਿੱਚ ਐਸਸੀ ਭਾਈਚਾਰੇ ਦੇ ਜੋ ਮੌਜੂਦਾ ਸਰਪੰਚ ਬਣੇ ਨੇ ਜੋ ਕਾਂਗਰਸੀ ਐਸਸੀ ਭਾਈਚਾਰੇ ਦੇ ਮੌਜੂਦਾ ਸਰਪੰਚ ਭੁਪਿੰਦਰ ਯੋਗੀ ਉਹਨਾਂ ਦੇ ਹੀ ਮੈਂਬਰ ਪੰਚਾਇਤ ਜੋ ਕਾਂਗਰਸੀ ਵੀ ਸੀ ਉਹਨਾਂ ਨੇ ਉਹਨਾਂ ਦਾ ਮਰਡਰ ਕਰਵਾਇਆ। ਠੀਕ ਹੈ ਜੀ। ਉਸ ਤੋਂ ਇਲਾਵਾ ਪਟਿਆਲੇ ਤੋਂ ਹੀ ਪਿੰਡ ਹੈ ਮੈਂ ਜਿੱਥੋਂ ਦੇ ਮੌਜੂਦਾ ਸਰਪੰਚ ਐਸਸੀ ਭਾਈਚਾਰੇ ਦੇ ਦਰਸ਼ਨ ਮੈਂ ਉਹਨਾਂ ਦੇ ਬੇਟੇ ਦੇ ਨਾਲ ਜੋ ਚਿੱਟੇ ਦੇ ਵਪਾਰੀ ਨੇ ਉਹਨਾਂ ਨੇ ਉਹਦੇ ਨਾਲ ਕੁੱਟਮਾਰ ਕਰੀ ਤੇ ਆਪਣੇ ਪੰਜਾਬ ਦੇ ਕਿੱਥੇ ਹਾਲਾਤ ਵਧੀਆ ਨੇ ਐਸੀ ਭਾਈਚਾਰੇ ਦੇ। ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਜਿਹੜੀਆਂ ਮਾੜੀ ਮੋਟੀਆਂ ਚਟਪਟ ਘਟਨਾਵਾਂ ਇਹ ਤਾਂ ਸਾਰੇ ਪਾਸੇ ਚੱਲਦੀਆਂ ਦੇਸ਼ ਵਿੱਚ ਜੀ ਪਰ ਜੇ ਆਪਾਂ ਸਥਿਤੀ ਦੇ ਤੌਰ ਤੇ ਆਈਏ ਪੂਰੇ ਦੇਸ਼ ਨੂੰ ਤੇ ਪੰਜਾਬ ਦੀ ਜਿਹੜੀ ਸਥਿਤੀ ਆ ਦਲਿਤਾਂ ਦੀ ਉਹ ਬਹੁਤ ਵਧੀਆ ਵਾ। ਤੁਸੀਂ ਦੇਖੋ ਪੂਰੇ ਭਾਰਤ ਤੇ ਇਦਾਂ ਦੀ ਸਟੇਟਾਂ ਵੀ ਆ ਜਿੱਥੇ ਅੱਜ ਵੀ ਦਲਿਤਾਂ ਨੂੰ ਬਰਾਬਰ ਬੈਠਣ ਦਾ ਅਧਿਕਾਰ ਵੀ ਨਹੀਂ ਹੈ। ਮੈਂ ਤੁਹਾਨੂੰ ਦੀਆਂ ਕਈ ਗੱਡੀਆਂ ਦਿਖਾ ਸਕਦਾ ਅਖਬਾਰ ਦੀਆਂ। ਆਪਾਂ ਅਦਰ ਸਟੇਟ ਦੀ ਗੱਲ ਬਾਅਦ ਚੋਂ ਕਰੀਏ ਜੇਕਰ ਆਪਾਂ ਪਹਿਲਾਂ ਪੰਜਾਬ ਦੀ ਆਪਣੇ ਆਪਾਂ ਲੁਧਿਆਣੇ ਦੀ ਗੱਲ ਕਰਦੇ ਹਾਂ ਤੁਹਾਡੀ ਲੁਧਿਆਣੇ ਵਿੱਚ ਵੀ ਜੇਕਰ ਗੱਲ ਕਰੀ ਜਾਵੇ ਤਾਂ ਨੋ ਡਾਊਟ ਪਿਛਲੇ ਕੁਝ ਦਿਨਾਂ ਤੋਂ ਇੱਕ ਲਾਈਵ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਕਿਹਾ ਗਿਆ ਸੀ ਕਿ ਜਿਹੜੇ ਤੁਹਾਡੇ ਦੇ ਸਰਕਾਰੀ ਹਸਪੀਟਲ ਹੈ ਉੱਥੇ ਜੋ ਦਲਿਤ ਭਾਈਚਾਰਾ ਐਸੀ ਭਾਈਚਾਰਾ ਵਰਕ ਕਰ ਰਿਹਾ ਹੈ ਨਾ ਜੀ ਉਹਨਾਂ ਦੇ ਨਾਲ ਜਿਹੜੀ ਹੈਗੀ ਹੈ ਦੁਰੈਤ ਕੀਤੀ ਜਾਂਦੀ ਕਹਾਣੀ ਮਾਡਲ ਹੁੰਦੀ ਹੈ ਉਹਦੇ ਬਾਰੇ ਕੀ ਕਹਾਂਗੇ ਆਪਾਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦੇਖੋ ਇਹਦਾ ਕਾਰਨ ਵੀ ਅਸੀਂ ਲੋਕ ਕਿੱਦਾਂ ਕਰਨਾ ਕਿਉਂਕਿ ਸਟੇਟ ਕੋਈ ਵੀ ਹੋਵੇ ਜਿਹੜੀ ਉਹਦੀ ਸਰਕਾਰ ਹੁੰਦੀ ਉਹਨਾਂ ਨੂੰ ਕਾਲੀ ਭੇਡਾਂ ਦੀ ਲੋੜ ਹੁੰਦੀ ਹੈ ਕਾਲੀ ਭੇਡਾਂ ਦੀ। ਤੂੰ ਦੇਖਿਆ ਸਰਕਾਰ ਕਿਸੇ ਵੀ ਜਦੋਂ ਦੇਸ਼ ਦੇ ਵਿੱਚ ਜਾਂ ਕੋਈ ਸਟੇਟ ਚ ਆਉਂਦੀ ਆ ਉਹ ਸਰਕਾਰ ਜਦੋਂ ਆ ਕੇ ਉਹ ਆਪਣੇ ਅੱਲਾ
ਅਦਾ ਕਰ ਰਹੇ। ਤੁਸੀਂ ਦੇਖੋ ਸਰਕਾਰਾਂ ਵਿੱਚ ਇੱਕ ਅਲੱਗ-ਅਲੱਗ ਬਣੇ ਹੁੰਦੇ ਆ ਉਹ, ਜਿੱਦਾਂ ਐਸਸੀ ਵਿੰਗ ਹੋ ਗਿਆ, BC ਵਿੰਗ ਹੋ ਗਿਆ, ਹੋਰ ਵਿੰਗ ਹੋ ਗਏ, ਕਿ ਇਹ ਲੋਕ ਆਪਣੇ ਸਮਾਜ ਦੀ ਜਾ ਕੇ ਸੇਵਾ ਕਰਨ, ਜਿਹੜੀ ਉਹਨਾਂ ਦੀਆਂ ਪਰੇਸ਼ਾਨੀਆਂ ਮੁਸ਼ਕਲਾਂ ਵਾ ਉਹ ਸਰਕਾਰ ਦੇ ਅੱਗੇ ਰੱਖਣ। ਪਰ ਸਰਕਾਰਾਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਅਹੁਦਿਆਂ ਤੇ ਜਾਂ ਉਹਨਾਂ ਜਿਹੜੇ ਉਹਨਾਂ ਨੇ ਢਾਂਚੇ ਬਣਾਏ ਹੁੰਦੇ ਆ, ਉਹਨਾਂ ਦੇ ਵਿੱਚ ਉਹਨੂੰ ਕਾਲੀ ਭੇਡਾਂ ਦੀ ਲੋੜ ਹੁੰਦੀ ਆ। ਉਹ ਕਾਲੀ ਭੇਡਾਂ ਦੀ ਲੋੜ ਹੁੰਦੀ ਆ ਜਿਹੜੀ ਕਹਿੰਦੀ ਆ ਖੁਦ ਨੂੰ ਦਲਿਤ ਆ, ਪਰ ਦਲਿਤਾਂ ਦੀ ਨਾ ਉਹਨਾਂ ਦਾ ਕੋਈ ਕੰਮ ਹੁੰਦਾ, ਨਾ ਦਲਿਤਾਂ ਦੀ ਕਦੀ ਉਹਨਾਂ ਨੇ ਕੁਝ ਕੀਤਾ ਹੁੰਦਾ, ਨਾ ਹੀ ਉਹ ਕਦੀ ਕਰਨਾ ਚਾਹੁੰਦੇ ਆ। ਕਿਉਂਕਿ ਜਦੋਂ ਤੱਕ ਉਹਨਾਂ ਨੂੰ ਸਰਕਾਰ ਦੀ ਕੁਰਸੀ ਨਹੀਂ ਮਿਲਦੀ, ਉਦੋਂ ਤੱਕ ਤਾਂ ਉਹ ਦਲਿਤ ਖੁਦ ਨੂੰ ਦਲਿਤ ਕਹਿੰਦੇ ਕਿ ਮੈਂ ਦਲਿਤ ਦੇਸ਼ੀ ਆ, ਮੈਂ ਦਲਿਤਾਂ ਦਾ ਵਾਰਸ ਆ, ਮੈਂ ਦਲਿਤ ਆ। ਪਰ ਜਦੋਂ ਉਹ ਸਰਕਾਰ ਦੀ ਕੁਰਸੀ ਤੇ ਬੈਠ ਜਾਂਦਾ ਵਾ, ਤੁਹਾਨੂੰ ਇੱਕਦਮ ਹੀ ਯਾਦ ਆਉਂਦਾ ਕਿ ਨਹੀਂ, ਮੈਂ ਦਲਿਤ ਨਹੀਂ ਆ। ਤੁਹਾਡੇ ਕਹਿਣ ਤੋਂ ਭਾਵ ਇਹ ਹੋਇਆ ਸਿਆਸਤ ਦਾ ਪਾਣੀ ਚੜ ਜਾਂਦਾ ਵਾ, ਇੱਕ ਰੰਗਤ ਚੜ ਜਾਂਦੀ। ਉਹ ਕਹਿੰਦੇ ਨਾ ਖਰਬੂਜੇ ਦੇ ਖਰਬੂਜਾ ਜਿਹੜਾ ਰੰਗ ਬਦਲ ਲੈਂਦਾ, ਫਿਰ ਉਹ ਵੀ ਜਿਹੜੇ ਦੂਜੇ ਲੋਕ ਆ, ਆਪਣੇ ਕਾਬਜ਼ਾਂ ਦੇ ਲੋਕ ਆ, ਜਿਹੜੇ ਦਲਿਤਾਂ ਧੱਕਾ ਕਰਦੇ, ਉਹਨਾਂ ਨੂੰ ਦੇਖ ਕੇ ਉਹਨੂੰ ਵੀ ਲੱਗਦਾ ਯਾਰ ਮੈਂ ਨਹੀਂ ਜਾਣਾ ਸਮਾਜ ਤੋਂ। ਤੁਸੀਂ ਜਿਸ ਤੇ ਹੁਣ ਆਪਣੇ ਸ਼ਬਦਾਂ ਦੇ ਵਿੱਚ ਗੱਲ ਕਰੀ ਕਿ ਸਿਆਸਤ ਦਾ ਪਾਣੀ ਚੜ ਜਾਂਦਾ, ਜੇਕਰ ਆਪਾਂ ਗੱਲ ਕਰੀਏ ਔਰ ਸਾਡੇ ਦਰਸ਼ਕ ਵੀ ਕਹਿਣਗੇ ਕਿ ਜਦੋਂ ਵੀ ਗੱਲ ਸਿਟੀ ਲਾਈਵ ਇਹਨਾਂ ਮੁੱਦੇ ਦੇ ਉੱਤੇ ਕਰਦਾ ਤਾਂ ਕਿਉਂ ਸਾਨੂੰ ਹਲਕਾ ਦੱਖਣੀ ਦੇ ਆਪ ਨਜ਼ਰ ਯਾਦ ਆ ਜਾਂਦਾ ਹੈ। ਆਪਾਂ ਹੁਣ ਪਿਛਲੇ ਦਿਨਾਂ ਵਿੱਚ ਦੇਖਿਆ ਕਿ ਸਰਦਾਰ ਸਿਮਰਨਜੀਤ ਸਿੰਘ ਬੈਂਸੀ ਦਲਿਤਾਂ ਦੇ ਲਈ ਆਵਾਜ਼ ਚੁੱਕ ਰਹੇ ਨੇ, ਤੇ ਉਹਦੇ ਬਾਰੇ ਆਪਾਂ ਕੀ ਕਹਿਣਾ ਚਾਹਾਂਗੇ? ਮੈਂ ਤਾਂ ਲੱਗਦਾ ਨਹੀਂ ਜੀ, ਮੈਂ ਤਾਂ ਦੇਖਿਆ ਨਹੀਂ ਕਦੀ ਦਲਿਤਾਂ ਦੇ ਬਾਰੇ ਆਵਾਜ਼ ਚੱਕਦੇ ਹੋਏ। ਮੈਨੂੰ ਤਾਂ ਸ਼ਾਇਦ ਇਹ ਵੀ ਹੈ ਵੀ ਸ਼ਾਇਦ ਤੁਸੀਂ ਮੈਨੂੰ ਕੋਈ ਪ੍ਰਕਾਸ਼ ਮੇਰੇ ਤੇ ਪਾ ਸਕੋ ਤੇ ਮੇਰੀ ਸ਼ਾਇਦ ਜਿਹੜੀ ਮੇਰਾ ਮਾਈਂਡ ਆ ਉਹ ਘੁੰਮ ਜਾਵੇ, ਮੈਨੂੰ ਵੀ ਲੱਗੇ ਵੀ ਡੈਡ ਸਾਹਿਬ ਕੁਝ ਕਰ ਰਹੇ ਆ, ਕੋਈ ਤੁਸੀਂ ਮੈਨੂੰ ਕਿੱਦਾਂ ਦੀ ਮੂਵਮੈਂਟ ਦਿਖਾ ਦਿਓ, ਕੁਝ ਮੈਨੂੰ ਐਸਾ ਦਿਖਾ ਦਿਓ ਵੀ ਮੈਨੂੰ ਪਤਾ ਲੱਗੇ ਵੀ ਹਾਂ ਵੀ ਡੈਡ ਸਾਹਿਬ ਨੇ ਦਲਿਤਾਂ ਲਈ ਕਦੀ ਕੁਝ ਕੀਤਾ। 2 ਵਾਰੀ ਉਹ ਕਾਉਂਟਰ ਰਹੇ ਆ, ਦੂਜੀ ਵਾਰ ਟਰਮ ਦੀ MLA ਦੀ ਸੀਟ ਕੱਟ ਰਹੇ ਆ ਦੋਨੋਂ ਭਰਾ। ਤੁਸੀਂ ਮੈਨੂੰ ਇੱਕ ਵੀ ਦਿਖਾ ਦਿਓ ਉਹਨਾਂ ਨੇ ਆਪਣੀ ਕੌਂਸੀ ਦੇ ਵਿੱਚ ਦਲਿਤਾਂ ਲਈ ਕੋਈ ਐਸਾ ਕੰਮ ਕੀਤਾ ਹੋਵੇ ਜਿਹੜਾ ਅਸੀਂ ਕਹਿ ਸਕੀਏ ਫਖਰ ਨਾਲ ਵੀ ਹਾਂਜੀ ਡੈਡ ਸਾਹਿਬ ਦਲਿਤਾਂ ਲਈ ਕੁਝ ਕੰਮ ਕਰ ਰਹੇ ਆ। 10 ਸਾਲਾਂ ਦੇ ਹੁਣ 7 ਸਾਲ ਨੂੰ 7 ਜਾਂ 8 ਸਾਲ ਹੋ ਗਏ ਆ ਦੁਆਰਾ MLA ਨੇ ਆਪਣੀ ਕੌਂਸੀ ਦੇ ਵਿੱਚ ਦਲਿਤਾਂ ਦੇ ਲਈ ਉਹਨਾਂ ਨੇ ਕੋਈ ਐਸਾ ਕੁਝ ਕੀਤਾ ਹੋਵੇ ਕੰਮ, ਕੋਈ ਗਰੀਬ ਲੜਕੀਆਂ ਵਾਸਤੇ ਕੋਈ ਇੰਸਟੀਚਿਊਟ, ਕੋਈ ਸਕੂਲ, ਕੋਈ ਡਿਸਪੈਂਸਰੀ, ਕੋਈ ਐਸਾ ਕੰਮ ਤੁਸੀਂ ਮੈਨੂੰ ਇੱਕ ਵੀ ਨਾ ਦਿਓ। ਮੈਨੂੰ ਲੱਗਦਾ ਕਿ ਲੁਧਿਆਣੇ ਦੀ ਸਾਹਮਣੇ ਜਿਹੜੀ ਜ਼ਿਆਦਾ ਆਬਾਦੀ ਆ ਦਲਿਤ ਸਮਾਜ ਦੀ, ਉਹ ਦੋਨੋਂ ਬੈਂਸ ਭਰਾਵਾਂ ਦੇ ਇਲਾਕੇ ਵਿੱਚ ਹੀ ਹੈ। ਪਰ ਤੁਸੀਂ ਮੈਨੂੰ ਕੁਝ ਕਰੋਨਾ ਦਾ ਜਦੋਂ ਸਮਾਂ ਆਇਆ ਬੈਂਸ ਨਜ਼ਰ ਨਹੀਂ ਹੈ। ਉਹਨਾਂ ਦੀ ਕੌਂਸੀ ਦੇ ਵਿੱਚ ਜਾ ਕੇ ਕਾਂਗਰਸ ਪਾਰਟੀ ਦੇ ਮੈਂ ਕਾਂਗਰਸ ਪਾਰਟੀ ਗੱਲ ਕਰਾਂਗਾ, ਤੁਸੀਂ ਮੈਨੂੰ ਇਹ ਨਹੀਂ ਕਹਿਣਾ ਕਿ ਮੈਂ ਕਾਂਗਰਸ ਨਾਲ ਜੁੜਿਆ ਆਇਆ ਨਹੀਂ, ਪਰ ਜੋ ਸੱਚ ਵਾ ਉਹਨੂੰ ਹਮੇਸ਼ਾ ਅੱਗੇ ਲਿਆਉਣਾ ਆਪਾਂ ਨੂੰ ਚਾਹੀਦਾ ਵਾ। ਉਸ ਕੌਂਸੀ ਦੇ ਵਿੱਚ ਕੀ ਆ ਜਿਹੜਾ ਉੱਥੇ ਦਾ ਹਾਰਿਆ ਹੈ MLA ਕਟਲ, ਉਹ ਤੇ ਜਾ ਕੇ ਮਦਦ ਕਰ ਰਹੇ, ਲੋਕਾਂ ਦੇ ਰਾਸ਼ਨ ਪਵਾ ਰਹੇ ਆ, ਸਰਕਾਰ ਵੱਲੋਂ ਰਾਸ਼ਨ ਆ ਰਿਹਾ ਉਹ ਵੰਡ ਦੇ ਰਹੇ ਆ। ਭਾਰਤ ਭੂਸ਼ਣ ਆਸ਼ੂ ਜੀ ਉਹਨਾਂ ਦੀ ਵਾਈਫ ਉੱਥੇ ਰਾਸ਼ਨ ਪਹੁੰਚਾ ਰਹੇ ਆ, ਪਰ ਬੈਂਸ ਸਾਹਿਬ ਤੇ ਨਜ਼ਰ ਹੀ ਨਹੀਂ ਆ ਰਹੇ। ਤਾਂ ਪਤਾ ਹੋਣਾ ਚਾਹੀਦਾ ਕਿ ਜਿਹੜੇ ਆਪਣੇ ਕੜਵਲ ਜੀ ਨੇ ਉਹ ਮੌਜੂਦ ਮੈਂ ਕਿਹਾ ਹਾਰੇ ਹੋਏ ਕਟਲ, ਹਾਰੇ ਹੋਏ MLA, ਉਹ ਹਾਰੇ ਹੋਏ MLA ਨੇ ਕਿਹਾ, ਜਿੱਤੇ ਹੋਏ ਨਹੀਂ ਕਿਹਾ, ਹਾਰੇ ਹੋਏ MLA ਦੀ ਵੋਟ ਤੋਂ ਹਾਰੇ ਹੋਏ MLA ਕੜਵਲ ਜੀ ਉੱਥੇ ਕੰਮ ਕਰ ਰਹੇ, ਲੋਕਾਂ ਨੂੰ ਰਾਸ਼ਨ ਵੰਡ ਰਹੇ ਆ, ਪਰ ਬੈਂਸ ਸਾਹਿਬ ਤੇ ਨਜ਼ਰ ਹੀ ਨਹੀਂ ਆ ਰਹੇ ਮੈਨੂੰ ਉੱਥੇ। ਮੈਂ ਤਾਂ ਕੁਝ ਨਹੀਂ ਦੇਖਿਆ। ਬਾਬਾ ਸਾਹਿਬ ਨੇ ਉਸ ਸਥਿਤੀ ਤੋਂ ਤੁਹਾਨੂੰ ਲੋਕਾਂ ਨੂੰ ਕੱਢਣ ਵਾਸਤੇ ਵੀ ਨਹੀਂ ਤੁਸੀਂ ਲੋਕ ਹਿੰਦੂ ਨਹੀਂ ਹੋ, ਜੇ ਤੁਸੀਂ ਹਿੰਦੂ ਹੁੰਦੇ ਤਾਂ ਤੁਹਾਡੇ ਨਾਲ ਇਸ ਦੇਸ਼ ਦੇ ਵਿੱਚ ਕਦੇ ਵੀ ਅਤਿਆਚਾਰ ਨਹੀਂ ਹੋਣਾ ਸੀਗਾ। ਬਾਬਾ ਸਾਹਿਬ ਨੇ ਇੱਕ ਗੱਲ ਕਹੀ ਕਿ ਮੈਂ ਇਸ ਦੇਸ਼ ਦੇ ਵਿੱਚ ਹਿੰਦੂ ਦਾ ਬਣ ਕੇ ਜੰਮਿਆ ਜ਼ਰੂਰ ਆ, ਪਰ ਉਹ ਮੇਰੀ ਮਜਬੂਰੀ ਸੀ, ਉਹਦੇ 'ਚ ਮੈਂ ਕੁਝ ਨਹੀਂ ਕਰ ਸਕਦਾ ਸੀ ਕਿ ਮੈਂ ਹਿੰਦੂ ਬਣ ਕੇ ਪੈਦਾ ਹੋਇਆ, ਪਰ ਮੈਂ ਇਸ ਦੇਸ਼ ਦੇ ਵਿੱਚ ਹਿੰਦੂ ਬਣ ਕੇ ਮਰੂੰਗਾ ਨਹੀਂ, ਇਹ ਮੇਰੇ ਵੱਸ 'ਚ। ਇਸ ਕਰਕੇ ਬਾਬਾ ਸਾਹਿਬ ਡਾਕਟਰ ਬੀਆਰ ਅੰਬੇਡਕਰ ਨੇ ਸਭ ਤੋਂ ਪਹਿਲਾਂ ਸਿੱਖ ਧਰਮ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ। ਪਰ ਤੁਸੀਂ ਦੇਖੋ ਵੀ ਹਰ ਧਰਮ ਦੇ ਵਿੱਚ ਰਾਜਨੀਤੀ ਦੇ ਭੁੱਖੇ ਲੋਕ, ਸਿਆਸਤਦਾਨ, ਉਹ ਲੋਕ ਹਰ ਜਗ੍ਹਾ ਮੂੰਹ ਅੱਡੀ ਬੈਠੇ ਆ। ਕੋਈ ਨਹੀਂ ਚਾਹੁੰਦਾ ਕਿ ਮੇਰੀ ਕੁਰਸੀ ਤੇ ਕੋਈ ਦੂਜਾ ਬੰਦਾ ਬੈਠੇ। ਤੇ ਜੇ ਉਹ ਮੈਨੂੰ ਲੱਗਦਾ ਕਿ ਉਹ ਮਾਸਟਰ ਤਾਰਾ ਸਿੰਘ, ਜੇ ਬਾਬਾ ਸਾਹਿਬ ਡਾਕਟਰ ਬੀਆਰ ਅੰਬੇਡਕਰ ਨੂੰ ਸਿੱਖ ਬਣਨ ਦੇ ਵਿੱਚ ਅੜਚਣਾ ਨਾ ਪੈਦਾ ਕਰਦੇ ਤੇ ਜਿਹੜਾ 85% ਜਿਹੜਾ ਦਲਿਤ ਸਮਾਜ ਦਾ ਸ਼ਾਇਦ ਉਹ ਸਿੱਖ ਹੁੰਦਾ ਸਾਰਾ। ਪਰ ਜਦੋਂ ਦੇਖਿਆ ਬਾਬਾ ਸਾਹਿਬ ਨੇ ਵੀ ਜਿਹੜਾ ਸਿੱਖ ਸਮਾਜ ਆ ਮਾਸਟਰ ਤਾਰਾ ਸਿੰਘ ਆ ਵੀ ਬਾਬਾ ਸਿੰਘ ਦੀ ਫਿਲਾਸਫੀ ਲੋਕ ਕੱਢ ਰਹੇ ਆ, ਬਾਬਾ ਸਾਹਿਬ ਨੂੰ ਨਹੀਂ ਸਿੱਖ ਬਣਨ ਦੇ ਰਹੇ, ਫਿਰ ਬਾਬਾ ਸਾਹਿਬ ਨੇ ਡਾਕਟਰ ਬੀਆਰ ਅੰਬੇਡਕਰ ਨੇ ਜਾ ਕੇ ਬੁੱਧ ਧਰਮ ਨੂੰ ਅਪਣਾ ਲਿਆ, ਕਿਉਂਕਿ ਬੁੱਧ ਧਰਮ ਇੱਕ ਐਸਾ ਧਰਮ ਸੀ ਜਿਹੜਾ ਕਿ ਸਾਰੇ ਧਰਮਾਂ ਤੋਂ ਬਾਹਰ ਨਿਕਲਿਆ ਹੈ। ਆਪਾਂ ਗੱਲ ਕਰਦੇ ਆਪਣੇ ਹੀ ਵਾਲਮੀਕ ਸਮਾਜ ਦੀ, ਆਪਾਂ ਆਪਣੇ ਵਾਲਮੀਕ ਸਮਾਜ ਨੂੰ ਕਿਸ ਤਰ੍ਹਾਂ ਜਾਗਰੂਕ ਕਰਾਵਾਂਗੇ ਕਿ ਗੱਲ ਇਕੱਲੀ ਵਾਲਮੀਕੀ ਸਮਾਜ ਦੀ ਨਾ ਕਰੋ, ਜਦੋਂ ਦੀ ਇਸ ਦੇਸ਼ ਵਿੱਚ ਸੈਂਟਰ ਸਰਕਾਰ BJP ਦੀ ਆਈ ਆ, ਨਹੀਂ ਵਾਲਮੀਕ ਸਮਾਜ ਦੀ ਗੱਲ ਇਸ ਲਈ ਕਰ ਰਹੇ ਨੇ ਕਿਉਂਕਿ ਹਾਸਸ ਦੀ ਜਿਹੜੀ ਘਟਨਾ ਹੈ ਨਾ ਉਹ ਐਸੀ ਭਾਈਚਾਰੇ ਦੀ ਲੜਕੀ ਦੇ ਨਾਲ ਠਾਕਰਾ ਨੇ ਕੀਤੀ ਆ, ਔਰ ਉਸ ਦੇ ਲਈ ਤੁਸੀਂ ਇੱਕ ਬਿਆਨ ਵੀ ਦੇਖਿਆ ਹੋਣਾ, ਉਹਦੇ ਵਿੱਚ ਕਿਹਾ ਹੈ ਕਿ ਠਾਕਰਾ ਦਾ ਖੂਨ ਹੀ ਗਰਮ ਹੁੰਦਾ ਹੈ ਨਾ। ਮਤਲਬ ਇਹ ਜੇ ਬਿਆਨ ਦੇਣ ਲੱਗੇ ਇਹਨਾਂ ਲੋਕਾਂ ਨੂੰ ਜਰਾ ਵੀ ਪਰਮਾਤਮਾ ਦਾ ਡਰ ਨਹੀਂ ਰਹਿੰਦਾ। ਆਪਣਾ ਮੇਨ ਮੁੱਦਾ ਜਿਹੜਾ ਹੈਗਾ ਸਿਰਫ ਤੇ ਸਿਰਫ ਹਾਸਸ ਘਟਨਾ ਦੇ ਉੱਤੇ ਵੀ ਕਦੋਂ ਤੱਕ ਇਹ ਅਤਿਆਚਾਰ ਹੁੰਦਾ ਰਹੇਗਾ। ਜੇਕਰ ਆਪਾਂ ਗੱਲ ਕਰੀਏ ਉਧਰ ਦੇ ਏਰੀਏ ਜਿਹੜੇ ਆਪਣੇ
ਆਪਣੇ ਆਪ ਨੂੰ ਉੱਧਰ ਠਾਕੁਰ, ਆਪਣੇ ਆਪ ਨੂੰ ਉੱਥੇ ਦੇ ਰਾਜੇ ਦੱਸਦੇ ਨੇ, ਉਹਨਾਂ ਦੇ ਕਹੀਏ ਵੀ ਪਾਲਣਹਾਰ ਦੱਸਦੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ? ਪਹਿਲਾਂ ਤਾਂ ਮੈਂ ਗਰਮ ਖੂਨ ਦੀ ਗੱਲ ਦੱਸ ਦਵਾਂ, ਵੀ ਗਰਮ ਖੂਨ ਦਾ, ਕਿਉਂਕਿ ਮੈਂ ਦੇਖਿਆ ਜੀ ਇਹ ਜੋਗੀ ਜੀ ਦਾ ਇੱਕ ਬਿਆਨ ਲੱਗਾ ਜੀ ਗਰਮ ਖੂਨ, ਇਹ ਗਰਮ ਖੂਨ ਸਿਰਫ ਮਜਲੂਮ ਔਰਤਾਂ ਵਾਸਤੇ ਹੀ ਹੈ ਜੀ। ਜੇ ਇਹਨਾਂ ਦਾ ਇੰਨਾ ਹੀ ਖੂਨ ਗਰਮ ਆ ਨਾ, ਅੱਜ ਤੁਹਾਡੇ ਮੈਂ ਚੈਨਲ ਤੋਂ ਇਹ ਗੱਲ ਕਹਿਣਾ ਚਾਹੁੰਦਾ, ਮੈਂ ਕਦੀ ਇਦਾਂ ਚੀਪ ਲੈਂਗੁਏਜ ਨਾਲ ਕਦੀ ਬੋਲਦਾ ਨਹੀਂ, ਕਿਉਂਕਿ ਤੁਸੀਂ ਮੇਰੀ ਭੈਣ ਹੋ, ਇਸ ਦੇਸ਼ ਦੀ ਬੇਟੀ ਹੋ, ਸਾਡੀ ਭੈਣ ਹੋ। ਮੈਂ ਗੱਲ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਠਾਕੁਰ ਸੁਣ ਰਹੇ ਆ, ਵੀ ਜੇ ਤੁਹਾਡਾ ਇੰਨਾ ਹੀ ਖੂਨ ਗਰਮ ਆ ਨਾ, ਤੇ ਵਾਲਮੀਕੀ ਸਮਾਜ ਦੇ ਮੁੰਡੇ ਨਾਲ ਇੱਕ ਵਾਰ ਜੱਫਾ ਪਾ ਕੇ ਦੇਖੋ, ਤੇ ਤੁਹਾਨੂੰ ਪਤਾ ਲੱਗ ਜਾਊਗਾ ਖੂਨ ਕਿੰਨਾ ਤੁਹਾਡਾ ਗਰਮ ਹੈ ਤੇ ਕਿੰਨਾ ਠੰਡਾ ਵਾ। ਨਹੀਂ ਹੋ ਸਕਦਾ ਹੁਣ ਔਰ ਭਾਜੀ ਦੀ ਗੱਲ ਕਰੀਏ, ਜਿਸ ਏਰੀਏ ਦੀ ਆਪਾਂ ਗੱਲ ਕਰ ਰਹੇ ਹਾਂ, ਜਿਹੜੀ ਸਟੇਟ ਦੀ, ਉੱਥੇ ਦਾ ਵਾਲਮੀਕ ਦਾ ਜਿਹੜਾ ਨੌਜਵਾਨ ਹੈ ਉਹ ਇੰਨਾ ਜਾਗਰੂਕ ਨਹੀਂ ਹੈਗਾ, ਜਦੋਂ ਕਿ ਦੇਖਿਆ ਗਿਆ ਕਿ ਪੰਜਾਬ ਦੇ ਵਿੱਚ ਹਰ ਧਰਮ ਦੇ ਲੋਕਾਂ ਨੇ ਉਸ ਬੱਚੀ ਨੂੰ ਨਿਆਂ ਦਿਵਾਉਣ ਦੇ ਲਈ ਕਮਰ ਕਸੀ ਹੋਈ ਹੈ, ਲੋਕਾਂ ਨੇ ਧਰਨੇ ਵੀ ਦਿੱਤੇ ਨੇ, ਕੈਂਡਲ ਮਾਰਚ ਵੀ ਹੋਏ ਨੇ, ਬਟ ਉੱਧਰ ਦੇ ਲੋਕ ਜਾਗਰੂਕ ਨਹੀਂ ਹੈ। ਦੇਖੋ ਸਾਡਾ ਤੁਹਾਡੇ ਚੈਨਲ ਤੋਂ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਵਾਂ ਜਿਹੜੇ ਕਦਰ ਕਰਦੇ ਆ, ਜਿਨ੍ਹਾਂ ਨੇ ਅੱਜ ਜਿਹੜੀ ਦੇਸ਼ ਦੀ ਬੇਟੀ ਆ, ਤੁਸੀਂ ਵਾਰ-ਵਾਰ ਉਹਨੂੰ ਵਾਲਮੀਕੀ ਸਮਾਜ ਦੀ ਬੇਟੀ ਨਾ ਕਹੋ, ਕਿਉਂਕਿ ਉਹ ਦੇਸ਼ ਦੀ ਬੇਟੀ ਆ, ਇਹ ਦੇਸ਼ ਸਾਡਾ ਵਾ। ਇੱਥੇ ਹੁਣ ਜੇ ਆਪਾਂ ਇਹਦਾ ਕਰਾਂਗੇ ਵੀ ਇਹ ਵਾਲਮੀਕੀ ਦੀ ਬੇਟੀ ਆ ਜਾਂ ਇਹ ਸਿੱਖਾਂ ਦੀ ਬੇਟੀ ਆ ਜਾਂ ਮੁਸਲਮਾਨਾਂ ਦੀ, ਫਿਰ ਤਾਂ ਆਪਾਂ ਉਹਨੂੰ ਤੂੰ ਦੇਖੋ ਵੀ ਆਪਾਂ ਜਾਤੀਵਾਦ ਵੱਲ ਤੋਰ ਰਹੇ ਹਾਂ ਉਸ ਮੁੱਦੇ ਨੂੰ। ਇਹ ਦੇਸ਼ ਸਾਡਾ ਵਾ, ਅਸੀਂ ਕੋਈ ਬਾਹਰੋਂ ਨਹੀਂ ਆਏ ਹੋਏ ਆ। ਨੈਚੁਰਲੀ ਗੱਲ ਹੈ, ਜਿਸ ਤਰ੍ਹਾਂ ਉਸ ਬੱਚੀ ਦੇ ਲਈ ਅੱਜ ਪੂਰੇ ਪੰਜਾਬ ਦੇ ਲੋਕ ਬਾਹਰ ਨਿਕਲੇ ਹੋਏ ਨੇ, ਜੀ। ਤਾਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਉਹ ਪਹਿਲਾਂ ਪੰਜਾਬ ਦੀ ਬੇਟੀ ਹੈ। ਜੀ ਆਈ ਫੀਲ ਨਾ ਕਿ ਉਹ ਪੰਜਾਬ ਦੀ ਬੱਚੀ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨੇ ਜ਼ਿਆਦਾ ਸੰਘਰਸ਼ ਕਰ ਰਹੇ ਨੇ ਉਹਨੂੰ ਨਹੀਂ ਲੈ ਕੇ ਤਾਂ ਆਪਾਂ ਇੱਥੇ ਰਹਿੰਦੇ ਆਪਾਂ ਨੂੰ ਤਾਂ ਲੱਗਦਾ, ਪਰ ਉਸ ਬੇਟੀ ਬਾਰੇ ਪੂਰਾ ਦੇਸ਼ ਹੀ ਇਕਜੁੱਟ ਹੋਇਆ ਪਿਆ ਵਾ। ਯੂਪੀ 'ਚ, ਦਿੱਲੀ 'ਚ, ਮਤਲਬ ਕਿ ਕਾਫੀ ਐਸੇ ਜ਼ਿਲ੍ਹੇ ਆ ਜਿੱਥੇ ਕਿ ਬਹੁਤ ਭਾਰੀ ਪ੍ਰਦਰਸ਼ਨ ਜਿਹੜਾ ਵਾ ਉਸ ਬੇਟੀ ਨੂੰ ਹੱਕ ਦਿਵਾਉਣ ਬਾਰੇ ਹੋਇਆ ਵਾ। ਉਹਨਾਂ ਦੀ ਇੱਕ ਚੀਜ਼ ਹੋ ਰਿਹਾ, ਹੁੰਦੀ ਕੋਈ ਹਾਦਸੇ ਦੀ ਘਟਨਾ ਦੇ ਉੱਤੇ ਸਾਰੇ ਨੇ ਕੈਂਡਲ ਮਾਰਚ ਕੱਢਿਆ, ਬਟ ਕੈਂਡਲ ਮਾਰਚ ਤਾਂ ਆਲਰੇਡੀ ਹਮੇਸ਼ਾ ਹੀ ਆਪਾਂ ਕੱਢਦੇ ਆਏ ਹਾਂ। ਕੈਂਡਲ ਮਾਰਚ ਦੇ ਨਾਲ ਜਿਹੜੇ ਇਹ ਜਿਹੇ ਲੋਕ ਨੇ ਹੈਨਾ, ਉਹਨਾਂ ਦਾ ਖਾਤਮਾ ਨਹੀਂ ਹੋਣਾ। ਜਦੋਂ ਕਿ ਇਹ ਗੱਲ ਆਉਂਦੀ ਹੈ ਦੁਸ਼ਹਿਰੇ ਦੀ, ਤਾਂ ਇੱਕ ਸਿਰਫ ਸੀਤਾ ਹਰਨ ਦੇ ਉੱਤੇ ਰਾਵਣ ਨੂੰ ਜਲਾਇਆ ਜਾਂਦਾ ਹੈ, ਤਾਂ ਕੈਂਡਲ ਮਾਰਚ ਕਿੱਥੋਂ ਤੱਕ ਠੀਕ ਹੈ? ਮੈਡਮ ਕੈਂਡਲ ਮਾਰਚ ਦਾ ਜਦੋਂ ਤੱਕ ਜਿਹੜਾ ਵਾਲਮੀਕੀ ਸਮਾਜ ਹੈ, ਜਿਹੜਾ ਦਲਿਤ ਸਮਾਜ ਆ, ਜਦੋਂ ਤੱਕ ਇਹ ਖੁਦ ਮੈਦਾਨ 'ਚ ਨਹੀਂ ਆਉਂਦਾ, ਅਸੀਂ ਲੋਕ ਇਹਨਾਂ ਜਿਹੜੀ ਰਾਜਨੀਤਿਕ ਪਾਰਟੀਆਂ ਦੇ ਪਿੱਠੂ ਬਣੇ ਹੋਏ ਆ, ਅਸੀਂ ਉਹਦੇ ਪੜੇ ਦੇ ਆਪਣੇ ਗਲਾਂ 'ਚ ਪਾਏ ਹੋਏ ਆ। ਇਹਨਾਂ ਕਾਲੀ ਭੇਡਾਂ ਦਾ ਬਣ ਕੇ ਅਸੀਂ ਵੀ ਕਾਲੀ ਭੇਡਾਂ ਬਣ ਗਏ ਹੋਏ ਆ। ਤੁਸੀਂ ਸਾਡਾ ਇਤਿਹਾਸ ਖੋਲ੍ਹ ਕੇ ਦੇਖ ਲਓ, ਅਸੀਂ ਤਾਂ ਉਹ ਯੋਧੇ ਹੋਏ ਆ ਜਿਨ੍ਹਾਂ ਨੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਆਪਣੀ ਕੁਰਬਾਨੀ ਦਿੱਤੀਆਂ। ਜੇ ਤੁਸੀਂ ਕੋਈ ਇਤਿਹਾਸ ਆਪਾਂ ਫੇਰ ਕਦੀ ਬੈਠਾਂਗੇ ਤਾਂ ਮੈਂ ਇਤਿਹਾਸ ਨੂੰ ਯਾਦ ਕਰਾਉਂਗਾ ਕਿ ਵਾਲਮੀਕੀ ਜਿਹੜੇ ਯੋਧੇ ਆ ਇਹ ਕੌਣ ਆ। ਅਸੀਂ ਲੋਕ ਅੱਜ ਅੰਧ ਭਗਤ ਬਣੇ ਹੋਏ ਆ, ਕੋਈ ਮੋਦੀ ਮਗਰ ਲੱਗਿਆ, ਕੋਈ ਕਾਂਗਰਸ ਮਗਰ ਲੱਗਿਆ, ਕੋਈ ਕਿਸੇ ਮਗਰ। ਜਿਹੜਾ ਮੇਨ ਮੁੱਦਾ ਵਾ ਅਸੀਂ ਉਹ ਲੈਣ ਨਹੀਂ ਚਾਹੁੰਦੇ। ਸਾਡੇ ਲੋਕ ਚਾਹੁੰਦੇ ਨਹੀਂ ਵੀ ਅਸੀਂ ਮੁੱਦੇ ਤੇ ਆਈਏ। ਜੇ ਕਿਸੇ ਨੂੰ ਗੱਲ ਕਰਦੇ ਆ ਉਹ ਪੁੱਠਾ ਦਾ ਸਵਾਲ ਕਰਨ ਲੱਗ ਪੈਂਦਾ ਵਾ। ਇਹ ਸਾਡੀ ਹੀ ਕਮਜ਼ੋਰੀ ਆ, ਜਿਹੜੀ ਸਾਡੀਆਂ ਧੀਆਂ ਭੈਣਾਂ ਨਾਲ ਇਹ ਜਿਹੜਾ ਜ਼ੁਲਮ ਹੋ ਰਿਹਾ। ਡੁਮਨਾ ਜੀ, ਜਦੋਂ ਗੱਲ ਆਉਂਦੀ ਹੈ ਕੈਂਡਲ ਮਾਰਚ ਦੀ, ਪਰ ਜਦੋਂ ਦੇਖਿਆ ਜਾਵੇ ਕਿ ਜਦੋਂ ਸੀਤਾ ਹਰਨ ਹੋਇਆ ਸੀ ਤਾਂ ਉਸ ਵਕਤ ਤੋਂ ਲੈ ਕੇ ਹੁਣ ਤੱਕ, ਅੱਗੇ ਤਾਂ ਪੁਰਾਣੇ ਸਮੇਂ ਦੇ ਵੀ ਕੁਝ ਸਾਲ ਪਹਿਲਾਂ ਇੱਕ ਸ਼ਹਿਰ ਦੇ ਵਿੱਚ ਇੱਕ ਰਾਵਣ ਜਲਾਇਆ ਜਾਂਦਾ ਸੀ, ਪਰ ਅੱਜ ਜੇਕਰ ਦੇਖਿਆ ਜਾਵੇ ਮਹੱਲੇ ਵਿੱਚ ਰਾਵਣ ਜਲਾਏ ਜਾਂਦੇ ਨੇ। ਜਦੋਂ ਗੱਲ ਆਉਂਦੀ ਹੈ ਔਰਤਾਂ ਦੇ ਉੱਤੇ, ਬੱਚਿਆਂ ਦੇ ਉੱਤੇ ਅਤਿਆਚਾਰ ਦੀ, ਤੇ ਉਹਨਾਂ ਦੇ ਵੀ ਅਸੀਂ ਕੈਂਡਲ ਮਾਰਚ ਲੈ ਕੇ ਨਿਕਲਦੇ ਹਾਂ, ਇਹ ਕਿੱਥੋਂ ਤੱਕ ਸਹੀ ਹੈ? ਮੈਂ ਤਾਂ ਕਰਨਾ ਕੋਈ ਰਾਵਣ ਦਾ ਕਸੂਰ ਕੀ ਸੀ? ਰਾਵਣ ਨੇ ਕੀਤਾ ਕੀ ਸੀ? ਅੱਜ ਦੇਖੋ ਵੀ ਜਿਹੜੇ ਮਹਾਤਮਾ ਕਹਿੰਦੇ, ਹਾਲਾਂਕਿ ਰਾਵਣ ਜੀ ਨਾਲ ਸਾਡਾ ਕਿੱਦਾਂ ਲਿੰਕ ਵਾ। ਜਿਹੜੀ ਮਹਾਤਮਾ ਰਾਵਣ ਜੀ ਦੀ ਮਾਤਾ ਸੀ, ਮਾਂ ਕੈਕਸੀ, ਉਹ ਰਾਖਸ਼ ਖਾਨਦਾਨ ਤੋਂ ਸੀ। ਜਿਹੜੇ ਮਹਾਤਮਾ ਰਾਵਣ ਦੇ ਪਿਤਾ ਜੀ ਸੀ ਉਹ ਰਿਸ਼ੀ ਸ਼ਰਮਾ ਜੀ, ਉਹ ਇੱਕ ਬ੍ਰਾਹਮਣ ਹੋਏ। ਪਰ ਜਿਹੜੇ ਬ੍ਰਾਹਮਣ ਲੋਕ ਹੋਏ ਉਹ ਅੱਜ ਵੀ ਰਾਵਣ ਨੂੰ ਸੈਕਟ ਨਹੀਂ ਕਰਦੇ ਆ, ਪਰ ਜਿਹੜੇ ਦਲਿਤ ਸਮਾਜ ਆ ਉਹ ਮਹਾਤਮਾ ਰਾਵਣ ਨੂੰ ਸੈਕਟ ਕਰਦਾ। ਕਿਉਂ? ਜਿਹੜੀ ਮੇਰੀ ਮਾਤਾ ਵਾ ਉਹ ਰਾਖਸ਼ ਹੋਏ ਆ, ਦਾਨਵ ਹੋਏ ਆ, ਤੇ ਜਿਹੜਾ ਵਾਲਮੀਕੀ ਸਮਾਜ, ਦਲਿਤ ਸਮਾਜ ਵਾ ਉਹ ਆਪਣੇ ਆਪ ਨੂੰ ਕਿਤੇ ਦਾਨਵ ਜਿਹੜੀ ਕਮਿਊਨਿਟੀ ਉਹਨਾਂ ਜੋੜਦਾ ਵਾ। ਤੁਸੀਂ ਮੈਨੂੰ ਦੱਸੋ ਵੀ ਰਾਵਣ ਦਾ, ਮਹਾਤਮਾ ਰਾਵਣ ਦਾ ਕਸੂਰ ਕੀ ਸੀ? ਕੀ ਕੀਤਾ ਸੀ ਉਹਨੇ? ਕਿਉਂ ਸਾੜਿਆ ਜਾਂਦਾ ਉਹਨੂੰ? ਉਹਦਾ ਕਸੂਰ ਤਾਂ ਕਿੰਨਾ ਸੀ ਕਿ ਉਹਦੀ ਭੈਣ ਦੇ ਨਾਲ ਜ਼ੁਲਮ ਕਰਨ ਵਾਲੇ ਇਨਸਾਨ ਨੂੰ, ਜਿਹਨੇ ਉਹਦੀ ਭੈਣ ਦੇ ਨਾਲ ਜ਼ੁਲਮ ਕੀਤਾ, ਉਹਦੇ ਨਾਲ ਬਦਲਾ ਲੈਣਾ, ਇਹ ਉਹਦਾ ਕਸੂਰ ਸੀ। ਇੱਕ ਪਰਾਈ ਔਰਤ ਨੂੰ ਆਪਣੇ ਘਰੇ ਲੈ ਜਾ ਕੇ ਉਸ ਥਾਂ ਤੇ ਰੱਖਣਾ ਜਿੱਥੇ ਕਿ ਖੁਦ ਮਹਾਤਮਾ ਰਾਵਣ ਦਾ ਜਾਣਾ ਵੀ ਬੰਦ ਸੀਗਾ, ਕੋਈ ਪੁਰਸ਼ ਉੱਤੇ ਨਹੀਂ ਪਹੁੰਚ ਸਕਦਾ ਸੀਗਾ, ਸਿਰਫ ਉੱਥੇ ਮਾਤਾ ਸੀਤਾ ਨੂੰ ਆਪਣੀ ਬੇਟੀ ਬਣਾ ਕੇ ਰੱਖਣਾ, ਕੀ ਰਾਵਣ ਦਾ ਇਹ ਕਸੂਰ ਸੀ? ਅੱਜ ਜਿਹੜੇ ਲੋਕ ਰਾਵਣ ਨੂੰ ਸਾੜਦੇ ਆ, ਜੇ ਇਹਨਾਂ ਨਾਲ ਆਪਾਂ ਟੇਬਲ ਟੋਕ ਕਰੀਏ, ਇਹਨਾਂ ਨੂੰ ਜਵਾਬ ਨਹੀਂ ਆਉਂਦਾ ਇਸ ਗੱਲ ਦਾ ਕਦੀ ਜ਼ਿੰਦਗੀ ਵਿੱਚ ਵੀ। ਤੇ ਜਿਨ੍ਹਾਂ ਲੋਕਾਂ ਨੂੰ ਸਾੜਨਾ ਚਾਹੀਦਾ ਉਹਨਾਂ ਨੂੰ ਇਹ ਆਪਣੇ ਪੂੰਜੀ ਰੱਖਦੇ ਆ। ਅੱਜ ਕਿਉਂ ਨਹੀਂ ਸਾੜਿਆ ਜਾਂਦਾ ਉਹਨਾਂ ਲੋਕਾਂ ਨੂੰ ਜਿਹੜੀਆਂ ਲੱਖੋਂ ਸਿੱਧਾਵਾਂ ਦਾ ਵਰਤ ਕਰਦੇ ਆ? ਕਿਉਂ? ਤੁਸੀਂ ਦੇਸ਼ ਦੀ ਭੈਣ ਬੇਟੀ ਨੂੰ ਸੀਤਾ ਨਹੀਂ ਮੰਨਦੇ? ਜਿਹੜੀ ਦੇਸ਼ ਦੀ ਬੇਟੀਆਂ ਵਾ
ਬੱਚਿਆਂ ਦੇ ਨਾਲ ਰੇਪ ਦੀ, ਮਹਿਲਾਵਾਂ ਦੇ ਨਾਲ ਰੇਪ ਦੀ, ਤਾਂ ਸਾਡੀ ਸਰਕਾਰ ਇੱਕਦਮ ਡਿਸੀਜਨ ਕਿਉਂ ਨਹੀਂ ਲੈਂਦੀ? ਇਸ ਦੇ ਲਈ ਆਪਾਂ ਸਰਕਾਰ ਨੂੰ ਜਗਾਉਣ ਦੇ ਲਈ, ਸਰਕਾਰ ਤੋਂ ਇਹ ਕਾਨੂੰਨ ਲਾਗੂ ਕਰਵਾਉਣ ਦੇ ਲਈ ਕਿਉਂ ਨਹੀਂ ਆਪਾਂ ਸਾਰੇ ਸੰਸਦ ਭਵਨ ਪਹੁੰਚਦੇ, ਕਿਉਂ ਨਹੀਂ ਉੱਧਰ ਕੂਚ ਕਰਦੇ? ਮੈਡਮ ਮੈਂ ਤੁਹਾਨੂੰ ਪਹਿਲੀ ਕਹਿ ਕੇ ਹਟਿਆ ਵੀ ਦੇਖੋ ਕਾਲੀਆਂ ਭੇਡਾਂ ਦਾ ਹਰ ਕੌਮ ਦੇ ਵਿੱਚ ਹੁੰਦੀਆਂ, ਸਾਡੀ ਕੌਮ 'ਚ ਅੱਜ ਕਾਲੀਆਂ ਭੇਡਾਂ ਪੈਦਾ ਹੋਈਆਂ। ਆਪਾਂ ਕਾਲੀਆਂ ਭੇਡਾਂ, ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਜਿਹੜੇ ਮੇਰੇ ਵੀਰ ਕੈਂਡਲ ਮਾਰਚ ਕੱਢਦੇ ਆ ਜੀ ਇਹ ਸਰਕਾਰਾਂ ਨੂੰ ਜਿਹੜਾ ਗੁੰਗੀਆਂ ਬੋਲੀਆਂ ਸਰਕਾਰਾਂ ਕੋਈ ਕਾਫਲਾ ਕੇ ਬੈਠੇ ਆ ਜੀ ਵੀ ਸ਼ਾਇਦ ਜਿਹੜੀਆਂ ਸਰਕਾਰਾਂ ਵਾ ਸਾਨੂੰ ਕੋਈ ਇਨਸਾਫ ਜੀ। ਦਊਗੀ, ਪਰ ਨਹੀਂ। ਤੁਹਾਨੂੰ ਮੈਂ ਇੱਕ ਛੋਟਾ ਜਿਹਾ ਉਦਾਹਰਨ ਦੇਣਾ ਵਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲਿਆ ਨਿਜ ਬਲ ਸੇ ਲਿਆ। ਜਦੋਂ ਤੱਕ ਦਲਿਤ ਸਮਾਜ ਆਪਣੇ ਅਧਿਕਾਰਾਂ ਨੂੰ ਲੈਣ ਵਾਸਤੇ ਮੈਦਾਨ 'ਚ ਨਹੀਂ ਆਉਂਦਾ, ਇਹਨਾਂ ਸਰਕਾਰਾਂ ਨੂੰ ਦੇਖਣਾ ਬੰਦ ਨਹੀਂ ਕਰਦਾ, ਉਦੋਂ ਤੱਕ ਸਾਡੀਆਂ ਦੇਸ਼ ਦੀਆਂ ਬੇਟੀਆਂ ਦੇ ਨਾਲ ਇਹ ਜ਼ੁਲਮ ਹੁੰਦੇ ਰਹਿਣੇ ਆ। ਤੇ ਸਾਨੂੰ ਇਹਨਾਂ ਨੇ ਮੋਮਬੱਤੀਆਂ ਦਾ ਝੁੰਝਣਾ ਬਣਾਇਆ ਗਿਆ ਵਾ ਵੀ ਜਦੋਂ ਤੁਹਾਡੀਆਂ ਧੀਆਂ ਨਾਲ ਕੁਝ ਹੋਵੇ ਆ ਮੋਮਬੱਤੀ ਲੈ ਕੇ ਬਸ। ਕਿਉਂਕਿ ਹਰ ਬੰਦਾ ਜਿਹੜਾ ਦੇਖਦਾ ਉਹ ਸੱਜਣ ਜੀ ਦਾ, ਮੈਂ ਖੁਦ ਨੂੰ ਜਾਣਦਾ, ਮੈਂ ਕਿਸੇ ਗੱਲ ਨਹੀਂ ਕਰਦਾ, ਆਪਣੀ ਗੱਲ ਕਰਦਾ ਕਿਉਂਕਿ ਕੋਈ ਬੰਦਾ ਲੜਨੇ ਨਹੀਂ ਜਾਂਦਾ। ਅੱਜ ਕੱਲ੍ਹ ਜਿਹੜੀ ਲੜਾਈ ਹੈ ਸਿਰਫ ਟਵਿੱਟਰ ਤੇ ਫੇਸਬੁੱਕ ਤੇ ਰਹਿ ਗਈ ਹੈ, ਉਸ ਤੋਂ ਬਾਅਦ ਕੁਝ ਵੀ ਹੈ ਨਹੀਂ। ਵੱਧ ਤੋਂ ਵੱਧ WhatsApp ਤੇ ਸਟੇਟਸ, ਬਸ ਮੈਂ ਪਹਿਲੀ ਜਿਹੜਾ ਟਵਿੱਟਰ ਫੇਸਬੁੱਕ ਇਹੀ ਰਹਿ ਗਿਆ ਬਸ। ਬਾਕੀ ਦੱਸੋ ਕੌਣ ਕੀ ਕਰਦਾ? ਇੱਕ ਉਹ ਵੀ ਲੋੜੇ ਸੀ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦਾ ਬਦਲਾ ਇੰਗਲੈਂਡ 'ਚ ਜਾ ਕੇ ਜਨਰਲ ਡਾਇਰ ਤੇ ਗੋਲੀ ਮਾਰ ਕੇ ਲਿਆ। ਤੇ ਜਿਹੜੇ ਅੱਜ ਵੀ ਜਿਉਂਦੇ ਆ ਸਾਡੇ ਵਰਗੇ ਮੇਰੇ ਵਰਗੇ ਜਿਉਂਦੇ ਆ, ਬਸ ਉਹ ਫੇਸਬੁੱਕ ਤੇ ਮੁੱਛਾਂ ਖੜੀਆਂ ਕਰ ਕਰਕੇ ਫੇਸਬੁੱਕ ਤੇ ਫੋਟੋਆਂ ਪਾਈ ਜਾਂਦੇ ਆ। ਬਸ ਆ ਰਹਿ ਗਿਆ ਕਿਉਂਕਿ ਸਰਕਾਰਾਂ ਨੇ ਸਾਨੂੰ ਉਹ ਕਹਿੰਦੇ ਲੱਕੜ ਦੇ ਉਹ ਐਸੇ ਚੁੰਝਣੇ ਫੜਾਏ ਹੋਏ ਆ, ਐਸੇ ਲਾਲੇ ਦਿੱਤੇ ਰਾਜ ਸੱਤਾ ਦੇ। ਜੇ ਬੀਜੇਪੀ ਸਰਕਾਰ ਆਉਂਦੀ ਆ ਉਹ ਅੱਗੇ ਨੂੰ ਵੱਢ ਲੈਂਦੀ ਹੈ ਵੀ ਤੁਹਾਨੂੰ ਸਰਕਾਰ ਦੇ ਖਿਲਾਫ ਨਹੀਂ ਬੋਲਣਾ, ਤੁਹਾਨੂੰ ਆਹ ਦੇਵਾਂਗੇ। ਕਾਂਗਰਸ ਦਾ ਵੀ ਉਹ ਸਾਨੂੰ ਨਾਲ ਦਿੰਦੀ ਆ ਆ ਕੁਰਸੀ ਦੇ ਨਾਲ ਤੁਹਾਨੂੰ ਐਸਾ ਪੈਂਦਾ ਸੀ, ਕੁਝ ਕਰਦੇ ਨਹੀਂ। ਹੁਣ ਤੁਹਾਨੂੰ ਮੈਂ ਗੱਲ ਛੋਟੀ ਕਰਦਾ ਸਾਡੇ ਸਮਾਜ ਦੇ ਲੋਕਾਂ ਦੀ। ਇੱਕ ਪਾਸੇ ਜਿੱਥੇ ਪੂਰਾ ਦੇਸ਼ ਹਾਦਰਸ ਜਿਹੜਾ ਕਾਂਡ ਹੋਇਆ ਵਾ, ਦੇਸ਼ ਦੀ ਬੇਟੀ ਮੀਸ਼ਾ ਦੇ ਉੱਤੇ ਪੂਰਾ ਦੇਸ਼ ਸੋਨਾ ਸਪੀਚਲੈਸ, ਕੋਈ ਬੋਲ ਨਹੀਂ ਸਕਦਾ ਵੀ ਉਸ ਬੇਟੀ ਬਾਰੇ ਕੀ ਕਹੀਏ। ਤੇ ਦੂਜੇ ਪਾਸੇ ਸਾਡੇ ਹੀ ਸਮਾਜ ਦੇ ਨਕੰਮੇ ਲੋਕ, ਨਕੰਮੇ ਲੋਕ ਕਹਿੰਦੇ ਨਕੰਮੇ ਉਹ ਹੀ ਭੈੜੇ ਲੋਕ, ਉਹ ਲੋਕ ਆ ਜਿਹੜੇ 1 ਤਰੀਕ ਨੂੰ ਤਾਂ ਜਦੋਂ ਭੈਣ ਦੇ ਹੱਕ ਦੇ ਲਈ ਪੂਰਾ ਦੇਸ਼ ਘਰੋਂ ਬਾਹਰ ਸੀਗਾ, ਬਾਹਰ ਨਿਕਲਦੇ ਆ ਤੇ 10 ਤਰੀਕ ਨੂੰ ਧਰਨਾ ਲਾ ਕੇ ਕੀ ਮੰਗਦੇ ਆ ਵੀ ਜਿਹੜਾ ਸਕੋਲਰਸ਼ਿਪ ਦਾ ਪੈਸਾ ਧਰਮਸੂਤ ਖਾ ਗਿਆ ਉਹਦਾ ਹਿਸਾਬ ਦਿਓ ਜੀ। ਤੇ ਮੈਂ ਨਕੰਮੇ ਜਿਹੜਾ ਨੂੰ ਗੱਲ ਪੁੱਛਣਾ ਚਾਹਨਾ ਵੀ ਜਦੋਂ ਬੱਚੇ ਬਚੂਗੇ ਨਹੀਂ ਤਾਂ ਸਕੋਲਰਸ਼ਿਪ ਬਟੂਗਾ ਕੌਣ? ਸਕੋਲਰਸ਼ਿਪ ਤਾਂ ਹੀ ਵਧੀ ਜਾਊਗੀ ਨਾ ਜੇ ਉਹਨੂੰ ਵਰਤਣ ਵਾਲੇ ਦਲਿਤ ਦੇ ਬੱਚੇ ਬਚੂਗੇ। ਉਹ ਤੁਹਾਡੇ ਬੱਚਿਆਂ ਨੂੰ ਸਰਕਾਰਾਂ ਮਾਰ ਰਹੀਆਂ, ਇਹ ਮਨੂਵਾਦੀ ਲੋਕ ਤੁਹਾਡੇ ਬੱਚਿਆਂ ਨੂੰ ਮਾਰ ਰਹੇ ਆ ਤੇ ਤੁਸੀਂ ਕਹਿੰਦੇ ਸਕੋਲਰਸ਼ਿਪ ਮੰਗ ਰਹੇ ਹੋ। ਇਹ ਲੋਕ ਉਹ ਆ ਜਿਹੜੇ ਉਹ ਕਹਿੰਦੇ ਨਾ ਹੱਡੀ ਦੇ ਵਾਸਤੇ, ਰਾਜਨੀਤੀ ਦੀ ਹੱਡੀ ਦੇ ਵਾਸਤੇ ਪੂਛ ਲਾਉਂਦੇ ਫਿਰਦੇ ਆ। ਇਹਨਾਂ ਲੋਕਾਂ ਦਾ ਉਹ ਹਾਲ ਆ 10 ਤਰੀਕ ਨੂੰ ਉੱਥੇ ਧਰਨਾ ਦੇ ਰਹੇ ਸਮਾਣਾ ਚੌਕ ਵਿੱਚ ਤੇ ਕੀ ਮੰਗ ਰਹੇ ਆ? ਪੂਰਾ ਦੇਸ਼ ਮੰਗ ਰਿਹਾ ਅੱਜ ਬੇਟੀ ਦੀ ਇਨਸਾਫ। ਤੇ ਕੁਝ ਲੋਕ ਜਿਹੜੇ ਰਾਜ ਸੱਤਾ ਦੇ ਭੁੱਖੇ ਆ ਉਹ ਕੀ ਕਹਿੰਦੇ ਨੇ ਵੀ ਸਕੋਲਰਸ਼ਿਪ ਲੋ ਜੀ, ਉਹ ਸਕੋਲਰਸ਼ਿਪ ਮੰਗ ਰਹੇ ਆ। ਉਹ ਕੁੜੀ ਵਾਲੇ ਕੋਈ ਨਹੀਂ ਕੁਝ ਬੋਲ ਰਿਹਾ। ਇੱਥੇ ਤੁਸੀਂ ਹੁਣ ਗੱਲ ਕੀਤੀ ਧਰਨਿਆਂ ਦੀ, ਆਪਾਂ ਜੇਕਰ ਗੱਲ ਕੀਤੀ ਜਾਵੇ ਪਹਿਲਾਂ ਤਾਂ ਹਾਥਰਸ ਦੇ ਲਈ ਧਰਨਾ ਦਿੱਤਾ ਗਿਆ ਔਰ ਉਸ ਤੋਂ ਬਾਅਦ ਜਿਹੜਾ ਸਕੋਲਰਸ਼ਿਪ ਦੇ ਲਈ ਧਰਨਾ ਦਿੱਤਾ। ਇਸੀ ਐਜ਼ ਇਟ ਇਜ਼ ਆਪਾਂ ਪਹਿਲਾਂ ਤਾਂ ਹੁਣ ਆਪਣਾ ਪੰਜਾਬ ਹੀ ਨਹੀਂ ਪੂਰਾ ਭਾਰਤ ਜਿਹੜਾ ਕਰੋਨਾ ਦੀ ਮਾਰ ਚੱਲ ਕੇ ਹਟਿਆ 3 ਮਹੀਨੇ ਦਾ ਸਖਤ ਕਰਫਿਊ ਜਿਸ ਦੇ ਵਿੱਚ ਘਰ ਦੇ ਅੰਦਰ ਲੋਕ ਬੈਠੇ ਰਹੇ ਔਰ ਰਾਸ਼ਨ ਦੀ ਜੇਕਰ ਸੁਵਿਧਾ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਰਾਸ਼ਨ ਜਿਹੜਾ ਘਰਾਂ ਵਿੱਚ ਪਹੁੰਚਦਾ ਹੋਇਆ। ਪਰ ਹੁਣ ਜੇਕਰ ਦੇਖਿਆ ਜਾਵੇ ਤਾਂ ਧਰਨੇ ਹੋ ਰਹੇ ਨੇ, ਪੰਜਾਬ ਬੰਦ ਦੀਆਂ ਆਵਾਜ਼ਾਂ ਆ ਰਹੀਆਂ ਨੇ। ਜਦੋਂ ਪੰਜਾਬ ਬੰਦ ਦੀ ਆਵਾਜ਼ ਆਉਂਦੀ ਹੈ ਤਾਂ ਆਮ ਜਨਤਾ ਦਾ ਕਾਰੋਬਾਰ ਬੰਦ ਹੁੰਦਾ, ਜਦੋਂ ਕਿ ਸਰਕਾਰ ਦਾ ਕਾਰੋਬਾਰ, ਬੈਂਕ, ਸਰਕਾਰੀ ਅਦਾਰੇ ਉਹ ਸਾਰੇ ਚੱਲ ਰਹੇ ਹੁੰਦੇ ਨੇ। ਮੈਡਮ ਤੂੰ ਦੇਖੋ ਮੈਂ 3-4 ਦਿਨ ਲਾਈਵ ਵੀਡੀਓ ਪਾਈ ਸੀਗੀ। ਕੁਝ ਸਾਡੇ ਸਮਾਜ ਦੇ ਲੋਕਾਂ ਨੇ ਜਿਹੜੇ ਆਪਣੇ ਆਪ ਨੂੰ ਉੱਥੇ ਦੇ ਬੁੱਧੀਜੀਵੀ ਸਮਝਦੇ, ਜਿਹਨਾਂ ਨੂੰ ਲੱਗਦਾ ਕਿ ਸ਼ਾਇਦ ਜਿਹੜੇ ਲੁਧਿਆਣੇ ਦੇ ਵਾਲਮੀਕੀ ਸਮਾਜ ਆ ਜਾਂ ਪੰਜਾਬ ਦੇ ਵਾਲਮੀਕੀ ਸਮਾਜ ਆ ਉਹਨਾਂ ਬਿਨਾਂ ਜ਼ੀਰੋ ਆ। ਮੈਂ ਇੱਕ ਲਾਈਵ ਵੀਡੀਓ ਪਾਈ ਸੀ, ਉਹਨਾਂ ਨੇ ਮੇਰੀ ਜਿਹੜੀ ਵੀਡੀਓ ਦੀ ਕੰਪਲੀਟ ਕਰਕੇ ਮੇਰੀ ਵੀਡੀਓ ਜਿਹੜੀ ਬੈਨ ਕਰਾ ਦਿੱਤੀ। ਮੇਰੀ ਫੇਸਬੁੱਕ ਆਈਡੀ ਵੀ ਉਧਰ ਬੰਦ ਰਹੀ ਆ ਤੇ ਤੁਹਾਡੇ ਵਰਗੇ ਪਿਆਰ ਕਰਨ ਵਾਲੇ ਲੋਕਾਂ ਨੇ ਉਹ ਪੋਕ ਕਰਕੇ ਆਈਡੀ ਖੁਲਵਾਇਆ ਵਾ। ਮੈਂ ਉਹਦੇ ਵਿੱਚ ਕੀ ਕਿਹਾ ਸੀ ਕਿ ਜਦੋਂ ਸਾਡੇ ਸਮਾਜ ਲਈ ਨਾਲ ਧੱਕਾ ਹੁੰਦਾ ਇੱਕ ਮੰਗ ਨੂੰ ਬਣਵਾਉਣ ਲਈ ਅਸੀਂ ਬਾਰ-ਬਾਰ ਧਰਨੇ ਕਿਉਂ ਲਾਉਂਦੇ ਹਾਂ? ਜਦੋਂ ਇੱਕ ਵਾਰੀ ਕਾਲ ਬੰਦ ਨਹੀਂ ਕੀਤੀ ਜਾਂਦੀ ਹੈ ਅਸੀਂ ਉਸ ਕਾਲ ਤੇ ਇਕੱਠੇ ਕਿਉਂ ਨਹੀਂ ਹੁੰਦੇ? ਜੇ ਆਪਾਂ ਸਾਰੀ ਰਾਜਨੀਤੀਆਂ ਨੂੰ ਭੁੱਲ ਕੇ ਰਾਜਨੀਤੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਸਿਰਫ ਸਮੂਹ ਦਲਿਤ ਸਮਾਜ, ਦਲਿਤ ਭਾਈਚਾਰਾ ਇਕਜੁੱਟ ਹੋ ਕੇ ਕਿਸੇ ਮੁੱਦੇ ਤੇ ਆਪਾਂ ਪੈਰ ਦਈਏ ਤੇ ਉਹ ਗੱਲ ਕਿੱਦਾਂ ਸਿਰ ਕੇ ਲੱਗੂਗੀ। ਪਰ ਜਿਹੜੇ ਸਾਡੇ ਗਲੇ 'ਚ ਪਾਏ ਹੋਏ ਪਟੇ ਰਾਜਨੀਤੀ ਪਾਰਟੀਆਂ ਦੇ ਉਹ ਸਾਨੂੰ ਇਹ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਮੈਂ ਲਾਈਵ ਵੀਡੀਓ 'ਚ ਕੀ ਕਿਹਾ ਸੀਗਾ ਵੀ ਜਦੋਂ 1 ਤਰੀਕ ਨੂੰ ਪੂਰੇ ਦੇਸ਼ ਨੇ ਉਸ ਬੇਟੀ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਵਾ, ਦੇਸ਼ ਬੰਦ ਕਰਨ ਦੀ ਗੱਲ ਕਰਦੇ ਪਏ ਆ ਤੇ ਉਦੋਂ ਲੋਕ ਜਿਹੜੇ
समाजी है, जनरल लोग भी है। ਤੇ ਜਨਰਲ ਲੋਕ ਮੈਨੂੰ ਲੱਗਦਾ ਕਿ ਮੇਰੀ 40 ਸਾਲ ਦੀ ਉਮਰ 'ਚ ਪਹਿਲੀ ਵਾਰ ਕੋਈ ਐਸਾ ਅੰਦੋਲਨ ਦੇਖਿਆ ਜਿਹਦੇ ਦਲਿਤਾਂ ਦੇ ਨਾਲੋਂ ਵੱਧ ਜਨਰਲ ਕਾਰਡ ਦੇ ਲੋਕਾਂ ਨੇ ਦਲਿਤਾਂ ਦਾ ਸਾਥ ਦਿੱਤਾ ਹੋਵੇ। ਉਤੋਂ ਦੀ ਕਰੋਨਾ ਦੀ ਮਹਾਮਾਰੀ ਚੱਲਦੀ ਪਈ ਆ, ਬਾਰ-ਬਾਰ ਜੇ ਅਸੀਂ ਬੰਦ ਕਰਾਉਂਦੇ ਆ ਮੰਨ ਲਓ ਕਿਸੇ ਵੀ ਸ਼ਹਿਰ ਨੂੰ, ਉਹ ਲੋਕਾਂ ਦੇ ਉੱਪਰ ਕੀ ਪ੍ਰਭਾਵ ਪੈਣਾ ਸਕਦਾ। ਇੱਕ ਤਾਂ ਅਸੀਂ ਪਹਿਲਾਂ ਹੀ ਕਰੋਨਾ ਕਰਕੇ ਅਸੀਂ ਪਰੇਸ਼ਾਨ, ਕੰਮ ਕਰ ਰਹੇ ਨਹੀਂ। ਦੂਜੀ ਅਸੀਂ ਬਾਜ਼ਾਰ ਬੰਦ ਕਰਾਤਾ, ਲੋਕਾਂ ਨੇ ਸੈਕਟ ਕਰ ਲਿਆ, ਲੋਕਾਂ ਨੇ ਝੋਲੀ ਅੱਡ ਕੇ ਸਾਡਾ ਸਾਥ ਦਿੱਤਾ, ਸਾਡੇ ਨਾਲ ਬਰਾਬਰ ਖੜੇ ਆ। ਦਾਦਰਾ ਵਾਲ ਫਿਰ ਅਸੀਂ ਰਾਜਨੀਤਿਕ ਪਾਰਟੀਆਂ ਦੇ ਡਕਾਵੇ ਜਾ ਕੇ ਉਹਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਾਹਦੇ ਵਾਸਤੇ? ਕਿਉਂਕਿ ਰਾਜਨੀਤਿਕ ਪਾਰਟੀਆਂ ਨੂੰ ਕਿਤੇ ਨਾ ਕਿਤੇ ਇਹ ਗੱਲ ਹਜਮ ਨਹੀਂ ਹੋ ਰਹੀ ਵੀ ਦਲਿਤ ਦਾ ਜਨਰਲ ਕਾਰਡ ਲੋਕ ਇਕੱਠੇ ਕਿਉਂ ਹੋਏ। ਇਹਨਾਂ ਦੀ ਸੋਚ ਇੱਕ ਕਿਉਂ ਹੋ ਗਈ ਹੈ ਵੀ ਉਹਨਾਂ ਦੀਆਂ ਵੋਟਾਂ ਤੇ ਰਾਜਨੀਤੀ ਦਾ ਫਰਕ ਪੈਂਦਾ। ਦੁਬਾਰਾ ਉਹ ਸਾਨੂੰ ਆਪਸ ਵਿੱਚ ਪੜਾਉਣ ਉੱਤੇ ਜਿਹੜਾ ਮਾਹੌਲ ਜਾਣੇ ਕ੍ਰੇਟਾ ਕ੍ਰੀਏਟ ਕਰਾ ਰਹੇ ਆ ਉਹਨਾਂ ਲੋਕਾਂ ਕੋਲੋਂ ਜਿਹੜੇ ਇਹਨਾਂ ਦੇ ਪਾਲਤੂ ਆ, ਜਿਹਨਾਂ ਦੇ ਗਲਾਂ ਦੇ ਵਿੱਚ ਇਹਨਾਂ ਦੇ ਪਟੇ ਲਾਏ ਹੋਏ ਆ। ਤੇ ਨਤੀਜਾ ਕੀ ਨਿਕਲਦਾ ਵਾ? ਜ਼ੀਰੋ। ਕੀ ਨਿਕਲਦਾ? ਨਹੀਂ ਮੇਰਾ ਚਲੋ ਉਹ ਤੁਹਾਡੀ ਗੱਲ ਇਸ ਨੂੰ ਵੀ ਆਪਾਂ ਸਹਿਮਤ ਹੈਗੇ, ਪਰ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਜਦੋਂ ਪੰਜਾਬ ਬੰਦਾ ਹੁੰਗਾਰਾ ਆਉਂਦਾ ਹੈ ਤਾਂ ਆਮ ਜਨਤਾ ਦੀ ਦੁਕਾਨਾਂ, ਆਮ ਜਨਤਾ ਦਾ ਕਾਰੋਬਾਰ ਬੰਦ ਕੀਤਾ ਜਾਂਦਾ ਹੈ। ਜਦੋਂ ਕਿ ਸਰਕਾਰ ਦਾ ਕਾਰੋਬਾਰ, ਸਰਕਾਰੀ ਬੈਂਕ, ਸਰਕਾਰੀ ਅਦਾਰੇ ਸਾਰੇ ਲੋਕ ਬੰਦ ਹੁੰਦੇ ਨੇ, ਉਹ ਕਿਉਂ ਨਹੀਂ ਬੰਦ ਕਰਵਾਏ? ਮੈਂ ਤੁਹਾਨੂੰ ਪਹਿਲੇ ਹੀ ਕਹਿ ਰਿਹਾ ਵੀ ਇਹ ਰਾਜਨੀਤਿਕ ਪਾਰਟੀਆਂ ਦੀਆਂ ਚਾਲਾਂ ਹੁੰਦੀਆਂ ਵਾ। ਜਾਣ ਕੇ ਮੈਂ ਤੁਹਾਨੂੰ ਕੀ ਗੱਲ ਸੀ ਵੀ ਇੱਕ ਤਰੀਕ ਨੂੰ ਜਦੋਂ ਦੇਸ਼ ਦੀ ਬੇਟੀ ਮਨੀਸ਼ਾ ਦੇ ਵਾਸਤੇ ਦਲਿਤ ਸਮਾਜ ਰੋਡ ਦੇ ਉੱਪਰ ਸੀ ਤੇ ਜਨਰਲ ਕਾਰਡ ਦੇ ਲੋਕ ਵੀ ਸਾਡੇ ਰੋਡ ਦੇ ਉੱਪਰ ਸੀਗੇ। ਤੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਹ ਗੱਲਾਂ ਜਿਹੜੀਆਂ ਹਜਮ ਨਹੀਂ ਹੁੰਦੀਆਂ ਵੀ ਇਹ ਭਾਈਚਾਰਾ ਜਿਹੜਾ ਵਾ ਇਕੱਠਾ ਕਿਉਂ ਹੋ ਰਿਹਾ ਵਾ। ਜੇ ਅਸੀਂ ਇਕੱਠੇ ਹੋ ਗਏ ਇਹਨਾਂ ਦੀ ਦੁਕਾਨਦਾਰੀ ਕਿਵੇਂ ਚੱਲੂਗੀ ਤੁਸੀਂ ਦੱਸੋ ਮੈਨੂੰ। ਇਸ ਕਰਕੇ ਜਾਣ ਬੁੱਝ ਕੇ ਸਾਨੂੰ ਪੜ੍ਹਾਉਣ ਦੇ ਵਾਸਤੇ ਇਹ ਜਿਹੜੇ ਕੀ ਆ, ਜਿਹੜੇ ਇਹਨਾਂ ਦੇ ਨਾਲ ਚੱਲਣ ਵਾਲੇ ਲੋਕ ਆ, ਜਿਹੜੇ ਆਪਣੇ ਆਪ ਨੂੰ ਜਾਂ ਬੁੱਧੀਜੀਵੀ ਸਮਝਦੇ ਆ ਦਲਿਤ ਸਮਾਜ ਦੇ, ਉਹਨਾਂ ਨੇ ਇੱਕ ਜਾਣ ਕੇ ਏਜੰਡਾ ਤਿਆਰ ਕੀਤਾ ਕਿ ਲੜਾਈ ਦਾ ਮਾਹੌਲ ਕ੍ਰੀਏਟ ਹੋਵੇ। ਹੁਣ ਜਦੋਂ ਵੀ ਕੋਈ ਮੁੱਦਾ ਹੁੰਦਾ ਇਹ ਜਾਣ ਬੁੱਝ ਕੇ ਕਿਉਂ ਨਹੀਂ ਸਰਕਾਰੀ ਘਰੇ ਬੰਦ ਕਰਾਉਣ? ਕਿਉਂਕਿ ਜਿਹੜੇ ਕੁਝ ਲੋਕ ਆ ਉਹ ਕਾਂਗਰਸ ਨਾਲ ਕੰਮ ਕਰਦੇ, ਕੁਝ ਅਕਾਲੀ ਦਲ ਨਾਲ ਕੰਮ ਕਰਦੇ, ਕੁਝ ਬੀਜੇਪੀ ਨਾਲ ਕੰਮ ਕਰਦੇ ਆ। ਉਹ ਕੀ ਕਹਿੰਦੇ ਜਿਹੜੀ ਸਰਕਾਰ ਹੁੰਦੀ ਆ ਉਹਨਾਂ ਬਾਰੇ ਬੋਲਦੇ ਨਹੀਂ ਕੁਝ, ਨਾ ਉੱਧਰ ਜਾਣਾ ਚਾਹੁੰਦੇ ਆ। ਜਾਣ ਕੇ ਉਹਨਾਂ ਲੋਕਾਂ ਨੂੰ ਪਛਾਣ ਕਰਨ ਦੀ ਕੋਸ਼ਿਸ਼ ਕਰਦੇ ਜਿਹੜੇ ਸਾਡਾ ਸਾਥ ਦਿੰਦੇ ਆ, ਤਾਂ ਕਿ ਦਲਿਤਾਂ ਦੇ ਜਨਰਲ ਲੋਕ ਆਪਸ ਲੜਦੇ ਰਹਿਣ ਤੇ ਨਾਲ ਹੀ ਰਾਜਨੀਤਿਕ ਰੋਟੀਆਂ ਜਿਹੜੀਆਂ ਸਿੱਖਦੀਆਂ ਰਹਿਣ। ਇਸ ਕਰਕੇ ਲੋਕ ਉੱਧਰ ਨਹੀਂ ਜਾਂਦੇ, ਉਹ ਦੂਜੀ ਸਾਈਡ ਜਾਂਦੇ ਆ ਇਹਨਾਂ ਲੋਕਾਂ ਦੇ ਕਹਿਣ ਦੇ। ਇਹ ਰਾਜਨੀਤੀ ਦਾ ਇੱਕ ਇਹ ਵੀ ਪਹਿਲੂ ਹੈ ਇਸ ਰਾਜਨੀਤੀ ਦਾ। ਜੋਗੀਪੁਰਾ ਦੀ ਸਿਟੀ ਲਾਈਵ ਵੱਲੋਂ ਤੁਸੀਂ ਹਾਦਸਾ ਦੀ ਘਟਨਾ ਨੂੰ ਲੈ ਕੇ ਸਾਡੇ ਪੰਜਾਬੀ ਨੇ ਪੂਰੇ ਭਾਰਤ ਭਰ ਦੀਆਂ ਮਹਿਲਾਵਾਂ ਨੂੰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਦਿੱਤੇ ਹੋਏ ਸੰਵਿਧਾਨ ਦੀ ਜੋ ਪਾਵਰ ਹੈ ਉਸ ਨੂੰ ਸੁਣਨ ਲਈ, ਪੜ੍ਹਨ ਲਈ, ਪੜ੍ਹ ਕੇ ਉਸ ਤੇ ਅਮਲ ਕਰਨ ਲਈ ਕੀ ਸੰਦੇਸ਼ ਦੇਣਾ ਚਾਹੁੰਦੇ? ਮੈਂ ਇਹੀ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀਆਂ ਮੇਰੀਆਂ ਦੇਸ਼ ਦੀਆਂ ਬੇਟੀਆਂ, ਮੇਰੀਆਂ ਮਾਵਾਂ, ਮੇਰੀਆਂ ਭੈਣਾਂ, ਮੈਨੂੰ ਇਹ ਗੱਲ ਦੱਸਣਾ ਕਿ ਮੈਂ ਤੁਹਾਨੂੰ ਕਦੀ ਨਹੀਂ ਕਹੂੰਗਾ ਕਿ ਤੁਸੀਂ ਉਹਨੂੰ ਮੰਨੋ ਜਾਂ ਉਹਨੂੰ ਮੰਨੋ, ਪਰ ਤੁਸੀਂ ਆਪਣੇ ਇਤਿਹਾਸ ਤੋਂ ਜਾਣੋ, ਤੁਹਾਨੂੰ ਹੋਣਾ ਬੜਾ ਜ਼ਰੂਰੀ ਹੈ। ਤੁਸੀਂ ਦੇਖੋ ਇਸ ਦੇਸ਼ ਦੇ ਵਿੱਚ ਸੰਵਿਧਾਨ ਆਉਣ ਤੋਂ ਪਹਿਲਾਂ ਇਸ ਦੇਸ਼ ਦੇ ਭਾਰਤ ਦੇਸ਼ ਦੇ ਵਿੱਚ ਔਰਤ ਦੀ ਕੀ ਸਥਿਤੀ ਸੀ? ਔਰਤ ਨੂੰ ਪਿਆਰ ਦੀ ਜੁੱਤੀ ਸਮਝਿਆ ਜਾਂਦਾ ਸੀ। ਔਰਤ ਨੂੰ ਇੱਕ ਘਰ ਦੇ ਵਿੱਚ ਬੱਚੇ ਪੈਦਾ ਕਰਨ ਦੀ ਮਸ਼ੀਨ ਸਮਝਿਆ ਜਾਂਦਾ ਸੀ। ਤੁਸੀਂ ਵੀ ਸ਼ਾਇਦ ਇਤਿਹਾਸ ਤੋਂ ਬਹੁਤ ਜਾਣੋ, ਤੁਸੀਂ ਬਾਬਾ ਸਾਹਿਬ ਨੂੰ ਬਹੁਤ ਪੜ੍ਹਦੇ ਹੋ, ਤੁਹਾਨੂੰ ਖੁਦ ਪਤਾ ਹੈ ਕਿ ਸੰਵਿਧਾਨ ਤੋਂ ਪਹਿਲਾਂ ਇਸ ਦੇਸ਼ ਵਿੱਚ ਔਰਤ ਦੀ ਸਥਿਤੀ ਕੀ ਸੀ। ਪਰ ਜਦੋਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਨੇ ਇਸ ਦੇਸ਼ ਦੇ ਵਿੱਚ ਆ ਕੇ ਸੰਵਿਧਾਨ ਦੇ ਵਿੱਚ ਔਰਤ ਨੂੰ ਬਰਾਬਰ ਰੱਖ ਦਿੱਤਾ ਤੇ ਅੱਜ ਔਰਤ ਦੀ ਸਥਿਤੀ ਕੀ ਹੈ। ਤੇ ਤੁਹਾਨੂੰ ਇਸ ਗੱਲ ਤੋਂ ਜਾਣੂ ਹੋਣਾ ਚਾਹੀਦਾ ਵਾ ਕਿ ਤੁਹਾਡੇ ਵਾਸਤੇ ਉਹ ਸਮਾਂ ਵਧੀਆ ਸੀ ਕਿ ਆਹ ਸਮਾਂ ਵਧੀਆ ਵਾ। ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਇੱਕ ਆਪਣਾ ਆਰਟੀਕਲ ਦੇ ਵਿੱਚ ਇੱਕ ਗੱਲ ਲਿਖੀ ਹੈ ਔਰਤ ਨੂੰ ਬਰਾਬਰ ਦੇ ਹੱਕ ਦੀ। ਜਦੋਂ ਤੱਕ ਤੁਸੀਂ ਜਿਹੜੀ ਦੇਸ਼ ਦੀ ਬੇਟੀਆਂ ਵਾ ਉਸ ਆਰਟੀਕਲਾਂ ਨੂੰ ਨਹੀਂ ਪੜ੍ਹੋਗੀਆਂ, ਆਪਣੇ ਅਧਿਕਾਰ ਨੂੰ ਤੁਸੀਂ ਨਹੀਂ ਜਾਣੋਗੀਆਂ, ਤੁਸੀਂ ਇਸ ਦੇਸ਼ ਦੇ ਵਿੱਚ ਆਪਣੇ ਖੋਏ ਹੋਏ ਮਾਣ ਸਨਮਾਨ ਨੂੰ ਹਾਸਲ ਹੀ ਨਹੀਂ ਕਰ ਸਕਦੇ। ਇਸ ਕਰਕੇ ਮੰਦਰਾਂ ਵੱਲ ਜਾਣਾ ਥੋੜਾ ਜਿਹਾ ਬੰਦ ਕਰ ਦਿਓ ਤੇ ਜਿਹੜਾ ਬਾਬਾ ਸਾਹਿਬ ਦਾ ਸੰਵਿਧਾਨ ਆ ਥੋੜਾ ਇਹਦੇ ਵੱਲ ਧਿਆਨ ਦਿਓ ਵੀ ਬਾਬਾ ਸਾਹਿਬ ਨੇ ਤੁਹਾਨੂੰ ਹਰ ਆਰਟੀਕਲ ਦੇ ਵਿੱਚ ਤੁਹਾਨੂੰ ਕੀ ਜਿਹੜੀਆਂ ਪਾਵਰਾਂ ਦਿੱਤੀਆਂ ਹੋਈਆਂ ਵਾ, ਤੁਹਾਨੂੰ ਜਿਹੜੇ ਮੌਲਿਕ ਅਧਿਕਾਰ ਆ ਉਹ ਕੀ ਤੁਹਾਨੂੰ ਕਹਿੰਦੇ ਆ। ਜਿੱਦੋਂ ਤੁਸੀਂ ਇਹ ਚੀਜ਼ਾਂ ਜਾਣੂ ਹੋ ਜਾਓਗੇ ਤੁਸੀਂ ਦੇਸ਼ ਦੇ ਆਪੇ ਰਾਜੇ ਬਣ ਜਾਓਗੇ। ਸਿਟੀ ਲਾਈਵ ਵੱਲੋਂ ਇੱਕ ਸੁਨੇਹਾ ਅਸੀਂ ਵੀ ਦੇਣਾ ਚਾਹਾਂਗੇ। ਗੱਲ ਜਦੋਂ ਆਉਂਦੀ ਆ ਔਰਤਾਂ ਦੀ, ਉਹ ਜਦੋਂ ਗੱਲ ਆਉਂਦੀ ਹੈ ਬੱਚਿਆਂ ਦੀ, ਤਾਂ ਆਪਾਂ ਔਰਤਾਂ ਕਿਤੇ ਨਾ ਕਿਤੇ ਜਾ ਕੇ ਦੇਖਿਆ ਜਾਵੇ ਤਾਂ ਘਿਰੀਆਂ ਹੋਈਆਂ ਦੇਵੀ ਰੂਪਾਂ ਦੇ ਵਿੱਚ ਔਰਤਾਂ ਨੂੰ ਦੇਵੀ ਰੂਪ ਦੱਸ ਦਿੱਤਾ ਜਾਂਦਾ। ਪਰ ਜਿਸ ਸਮੇਂ ਮਹਿਲਾਵਾਂ ਨੂੰ, ਬੱਚੀਆਂ ਨੂੰ ਕੁਚਲਿਆ ਜਾਂਦਾ, ਜਿਸ ਤਰ੍ਹਾਂ ਕਿ ਹਾਥਰਸ ਦੀ ਘਟਨਾ ਹੋਈ, ਤੇ ਉਸ ਸਟੇਟ ਦੀ ਜੇਕਰ ਗੱਲ ਕਰੀਏ ਤਾਂ ਕਿੱਥੇ ਗਈ ਉੱਥੋਂ ਦੀਆਂ ਦੇਵੀਆਂ? ਕਿ ਉਹ ਲੜਕੀ ਦੇਵੀ ਦਾ ਰੂਪ ਨਹੀਂ ਸੀ। ਸਿਰਫ ਤੇ ਸਿਰਫ ਜਾਗਰੂਕ ਹੋਣ ਦੀ ਲੋੜ ਹੈ ਸਭ ਤੋਂ ਪਹਿਲਾਂ ਮਹਿਲਾਵਾਂ ਨੂੰ। ਜਦੋਂ ਇੱਕ ਮਾਂ ਜਾਗਰੂਕ ਹੋਏਗੀ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੇ ਨਿਯਮਾਂ ਦੇ ਨਾਲ, ਉਹਨਾਂ ਦੇ ਲਿਖੇ ਹੋਏ ਸੰਵਿਧਾਨ ਦੇ ਨਾਲ, ਤੇ ਨੈਚੁਰਲੀ ਭਾਵੇਂ ਬੱਚੀ 6 ਸਾਲ ਦੀ ਹੋਵੇ, ਭਾਵੇਂ ਬੱਚੀ 12 ਸਾਲ ਦੀ ਹੋਵੇ, ਉਹ ਮਾਂ ਆਪਣੀ ਬੱਚੀ ਨੂੰ ਬਾਬਾ ਸਾਹਿਬ ਦੀ ਇੱਕ ਗੱਲ ਸੁਣਾਏਗੀ ਤਾਂ ਨੈਚੁਰਲੀ ਜਦੋਂ ਬੱਚੀ ਨੇ ਜਨਮ ਲੈਣਾ ਹੈ ਉਦੋਂ ਹੀ ਉਹਦਾ ਉਸ ਬੱਚੀ ਦਾ ਖੂਨ ਜਿਹੜਾ ਗਰਮ ਹੋਏਗਾ। ਤੇ ਕਦੇ ਵੀ ਕੋਈ ਠਾਕੁਰ ਇਹ ਨਹੀਂ ਕਹੇਗਾ ਕਿ ਸਾਡੇ ਖੂਨ ਗਰਮ ਨੇ, ਕਿਉਂਕਿ ਔਰਤ ਦਾ ਖੂਨ ਜੰਮਦੀ ਦਾ ਹੀ ਗਰਮ ਹੁੰਦਾ ਹੈ। ਡੂਮਰੇ ਦੀ ਜ਼ਿਕਰ
ਆਪਾਂ ਗੱਲ ਕਰੀਏ ਆਪਣੇ ਭਾਰਤ ਦੇਸ਼ ਵਿੱਚ ਸਾਡੇ ਜਿਹੜੇ ਰਾਸ਼ਟਰਪਤੀ ਨੇ ਉਹ ਐਸੀ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ, ਪਰ ਫਿਰ ਵੀ ਹਾਥਰਸ ਦੀ ਜਿਹੜੀ ਘਟਨਾ ਆ ਉਸਦੇ ਉੱਤੇ ਉਹ ਕਿਉਂ ਨਹੀਂ ਐਕਸ਼ਨ ਲੈ ਰਹੇ? ਦੇਖੋ ਮੈਡਮ, ਤੁਹਾਡੀ ਮਤਲਬ ਗੱਲ ਨੂੰ ਹਾਸਾ ਹੀ ਆ ਜਾਂਦਾ, ਪਰ ਮੈਂ ਹੱਸਣਾ ਨਹੀਂ ਚਾਹੁੰਦਾ ਕਿਉਂਕਿ ਇਹ ਇੱਕ ਬਹੁਤ ਵੱਡਾ ਚੈਨਲ ਆ, ਬਹੁਤ ਲੋਕੀ ਦੇਖਦੇ ਆ ਵੀ ਮੈਂ ਹੱਸੂਗਾ ਤੇ ਉਹਨਾਂ ਨੂੰ ਲੱਗਦਾ ਕਿ ਇਹ ਮਜ਼ਾਕ ਕਰ ਰਹੇ ਆ। ਤੁਸੀਂ ਕਿਹਨਾਂ ਦੀ ਗੱਲ ਕਰਦੇ ਪਏ ਹੋ? ਉਹ ਕਿੱਥੋਂ ਦਲਿਤ ਆ? ਜੇ ਉਹ ਦਲਿਤ ਹੁੰਦੇ ਤਾਂ ਮੈਂ ਜਿਹੜੀ ਥੋੜੀ ਸ਼ਰਮ ਹਯਾ ਹੁੰਦੀ। ਤੁਹਾਨੂੰ ਯਾਦ ਹੋਣਾ ਜਦੋਂ ਰਾਮਨਾਥ ਕੋਵਿੰਦ ਜੀ ਇਸ ਦੇਸ਼ ਦੇ ਰਾਸ਼ਟਰਪਤੀ ਦੇ ਪਦ ਤੇ ਬੈਠੇ ਆ, ਸਭ ਤੋਂ ਪਹਿਲਾਂ ਉਹ ਰਾਜਸਥਾਨ ਦੇ ਪੁਸ਼ਕਰ ਮੰਦਿਰ 'ਚ ਮੱਥਾ ਟੇਕ ਜਾਂਦੇ ਆ ਤੇ ਉਹਨਾਂ ਨੂੰ ਧੱਕੇ ਮਾਰੇ ਕੱਢ ਦਿੱਤਾ ਜਾਂਦਾ। ਉਹਨਾਂ ਦੀ ਬੇਟੀ ਨੂੰ, ਉਹਨਾਂ ਦੀ ਪਤਨੀ ਨੂੰ, ਉਹਨਾਂ ਨੂੰ ਖੁਦ ਨੂੰ ਉਸ ਮੰਦਿਰ 'ਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਮੱਥਾ ਟੇਕਣ ਜਾ ਰਹੀ ਸੀ। ਉਹ ਵੀ ਖੁਦ ਨੂੰ ਕਹਿੰਦੇ ਕਿ ਮੈਂ ਹਿੰਦੂ ਆ, ਮੈਂ ਦਲਿਤ ਹਿੰਦੂ ਆ। ਪਰ ਤੁਸੀਂ ਦੇਖੋ ਕਿ ਪੁਸ਼ਕਰ ਦੇ ਮੰਦਿਰ 'ਚੋਂ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਤੇ ਉਸ ਮੰਦਿਰ ਦੀ ਪੌੜੀਆਂ ਵੀ ਗੰਦੇ ਨਾਲ ਧੋਤਾ ਜਾਂਦਾ ਤੇ ਫਿਰ ਉਹ ਬੇਸ਼ਰਮੀ ਵਾਂਗੂ ਉਸ ਕੁਰਸੀ ਤੇ ਬੈਠੇ ਆ। ਉਹ ਖੜੇ ਦਲਿਤ ਆ ਜਿਹੜੇ ਆਪਣੇ ਅਪਮਾਨ ਦਾ ਬਦਲਾ ਨਹੀਂ ਲੈ ਸਕਦੇ, ਉਹ ਦੂਜੇ ਦੇ ਅਪਮਾਨ ਦਾ ਕੀ ਬਦਲਾ ਲਾਉਂਦੇ ਪਏ ਤੁਸੀਂ ਮੈਨੂੰ ਦੱਸੋ। ਉਹ ਖੜੇ ਦਲਿਤ ਆ। ਉਹ ਤਾਂ ਇੱਕ ਬੀਜੇਪੀ ਆਰਐਸਐਸ ਦੇ ਚਾਬੀ ਦਿੱਤੇ ਹੋਏ ਉਹ ਘਟਾਉਣੇ ਆ। ਤੁਸੀਂ ਦੇਖਿਆ ਜਿੱਦਾਂ ਅਸੀਂ ਬਚਪਨ ਦੇ ਵਿੱਚ ਦੇਖਦੇ ਆਏ ਆ। ਮੈਨੂੰ ਲੱਗਦਾ ਕਿ ਮੈਂ ਬਿਆਨ ਦਊਂਗਾ ਤੇ ਸ਼ਾਇਦ ਲੋਕਾਂ ਨੂੰ ਇਹ ਲੱਗਣਾ ਕਿ ਮਾਨਨੀਏ ਦੇਸ਼ ਦੇ ਮਹਾਮਹੀਮ ਰਾਸ਼ਟਰਪਤੀ ਬਾਰੇ ਮੈਂ ਬੋਲ ਰਿਹਾ। ਪਰ ਤੁਸੀਂ ਦੇਖਣਾ ਸਕੂਲਾਂ ਦੇ ਵਿੱਚ ਜਦੋਂ ਛੋਟੀ ਕਲਾਸ ਦੇ ਬੱਚਿਆਂ ਨੂੰ ਸਕੂਲ ਵਿੱਚ ਉਹਨਾਂ ਦਿਲ ਲਵਾਉਣ ਵਾਸਤੇ ਇੱਕ ਚਾਬੀ ਵਾਲਾ ਇੱਕ ਖਿਡੌਣਾ ਰੱਖਿਆ ਹੁੰਦਾ ਵਾ, ਉਹਨੂੰ ਚਾਬੀ ਦਿੰਦੇ ਤੇ ਤਾਲੀਆਂ ਮਾਰਨਾ ਪੈਂਦਾ। ਤੇ ਅੱਜ ਦੇਸ਼ ਦੇ ਰਾਸ਼ਟਰਪਤੀ ਦੀ ਸਥਿਤੀ ਆ ਉਹ ਚਾਬੀ ਵਾਲੇ ਖਿਡੌਣੇ ਦੀ ਹੋਈ ਪਈ ਆ। ਦੱਸੋ ਦੇਸ਼ ਦੇ ਵਿੱਚ ਤੁਹਾਨੂੰ ਇਸ ਗੱਲ ਦਾ ਪਤਾ ਕਿ ਤੁਸੀਂ ਹੁਣ ਜਿਹੜੇ ਸ਼ਬਦ ਵਰਤ ਰਹੇ ਹੋ ਆਪਣੇ ਮਾਨਨੀय ਰਾਸ਼ਟਰਪਤੀ ਜੀ ਦੇ ਵਰਤ ਰਹੇ ਹੋ, ਔਰ ਜਦੋਂ ਕਿ ਸੈਂਟਰ ਦੇ ਵਿੱਚ ਇਸ ਵਕਤ ਬੀਜੇਪੀ ਜੋ ਸਰਕਾਰ ਨੇ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹ ਇਸ ਵਕਤ ਬਹੁਤ ਸਖਤ ਨੇ। ਜਿਹੜਾ ਕਾਨੂੰਨੀ ਕੋਈ ਉਹ ਕਹਿ ਦਿੰਦੇ ਨੇ ਲਾਗੂ ਹੋਏਗਾ ਤਾਂ ਲਾਗੂ ਹੋਏਗਾ। ਉਹ ਮੈਡਮ ਜੀ ਕੀ ਕਰ ਰਹੇ ਕਾਨੂੰਨ ਨੂੰ? ਸਾਡੀਆਂ ਮਾਵਾਂ ਭੈਣਾਂ, ਸਾਡੀਆਂ ਬੇਟੀਆਂ ਅਤਿਆਚਾਰ ਦਾ ਸ਼ਿਕਾਰ ਹੋ ਰਹੀਆਂ ਤੇ ਤੁਸੀਂ ਕਾਨੂੰਨਾਂ ਦੀ ਗੱਲ ਕਰਦੇ ਹੋ। ਜੇ ਨਰਿੰਦਰ ਮੋਦੀ ਜੀ ਇੰਨੇ ਕਾਨੂੰਨ ਤੇ ਸਕਦਾ ਇਸ ਦੇਸ਼ ਵਿੱਚ ਕਿਉਂ ਨਹੀਂ ਕਾਨੂੰਨ ਲੈ ਕੇ ਆਉਂਦੇ? ਕਿਉਂ ਤੇ ਦੇਸ਼ ਦੀਆਂ ਧੀਆਂ ਭੈਣਾਂ ਬੇਟੀਆਂ ਕਿਉਂ ਸੁਰੱਖਿਅਤ ਨਹੀਂ ਆ? ਮੋਦੀ ਜੀ ਖੁਦ ਦੇ ਉੱਪਰ ਦਾ ਇੰਨੇ ਪੈਸੇ ਲਾ ਰਹੇ ਆ। ਹੁਣ 80,000 ਰੁਪਏ ਦਾ ਜਹਾਜ਼ ਲੈ ਕੇ ਖੜਾ ਕਰ ਦਿੱਤਾ, 80,000 ਕਰੋੜ ਦਾ, ਤੇ ਦੇਸ਼ ਦੀਆਂ ਬੇਟੀਆਂ ਬਾਰੇ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਹੈਗਾ। ਰਾਮ ਮੰਦਿਰ ਦੇ ਤਾਂ ਕਾਨੂੰਨ ਆ ਜਾਂਦਾ ਵਾ, ਪਰ ਦੇਸ਼ ਦੀ ਬੇਟੀਆਂ ਬਾਰੇ ਕਿਉਂ ਕਾਨੂੰਨ ਕੋਈ ਨਹੀਂ ਆ ਰਿਹਾ? ਨਰਿੰਦਰ ਮੋਦੀ ਜੀ ਨੂੰ ਆਪਣੀ ਸੱਤਾ ਬਚਾਉਣ ਵਾਸਤੇ ਤੁਸੀਂ ਦੇਖੋ ਮੁਸਲਿਮ ਔਰਤਾਂ ਬਾਰੇ ਗੱਲ ਕਰਦੇ ਆ, ਇੱਕ ਤਲਾਕ ਦਾ ਬੈਨ ਕਰ ਦਿੰਦੇ ਆ, ਪਰ ਔਰਤਾਂ ਦੀ ਸੁਰੱਖਿਆ ਵਾਸਤੇ ਅੱਜ ਤੱਕ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਦੱਸੋ ਕਿਹੜਾ ਕਾਨੂੰਨ ਲੈ ਕੇ ਆਏ ਆ? ਉਹਦਾ ਨਹੀਂ ਦੇਖਿਆ ਜਾਵੇ ਤਾਂ ਹੁਣ ਤਾਂ ਨਾ ਛੋਟੀਆਂ ਬੱਚੀਆਂ ਦੇ ਨਾਲ ਇਹ ਕੁਝ ਹੋ ਰਿਹਾ। ਛੋਟੀਆਂ ਬੱਚੀਆਂ ਦਾ ਸਾਡਾ ਸਮਾਜ ਇੰਨਾ ਗਿਰ ਚੁੱਕਿਆ। ਜੇਕਰ ਗੱਲ ਕਰੀਏ ਆਪਾਂ ਬੀਜੇਪੀ ਸਰਕਾਰ ਦੀ, ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੋਣ ਦੇ ਬਾਵਜੂਦ ਸਾਡੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਅੱਜ ਸੁਰੱਖਿਅਤ ਨਹੀਂ। ਤੇ ਤੁਸੀਂ ਦੇਖੋ, ਤੁਸੀਂ ਆਪ ਹੀ ਸਵਾਲ ਕਰ ਰਹੇ ਹੋ ਤੇ ਜਵਾਬ ਵੀ ਤੁਸੀਂ ਆਪ ਹੀ ਦੇ ਰਹੇ ਹੋ। ਮੈਂ ਪੁੱਛ ਰਹੀ ਹਾਂ, ਮੈਂ ਤੁਹਾਨੂੰ ਦੱਸ ਰਿਹਾ, ਤੁਸੀਂ ਆਪ ਹੀ ਸਵਾਲ ਕਰ ਰਹੇ, ਤੁਸੀਂ ਆਪ ਹੀ ਜਵਾਬ ਦੇ ਰਹੇ ਹੋ। ਜੇ ਦੇਸ਼ ਦੇ ਰਾਸ਼ਟਰਪਤੀ ਇੰਨੇ ਸਖਤ ਹੋਣ ਤਾਂ ਬੇਟੇ ਉੱਤੇ ਜਾਰੀ ਕਿਉਂ ਹੋਵੇ? ਇਹ ਕੱਲਾ ਦਲਿਤ ਸਮਾਜ ਦੀ ਗੱਲ ਹੀ ਚੱਲ ਰਹੀ ਆ। ਤੁਸੀਂ ਦੇਖੋ ਕਠੂਏ ਦੇ ਵਿੱਚ ਉਹ ਸੀਫਾ, ਉਹ ਮੁਸਲਮਾਨ ਬੇਟੀ ਉਹਦਾ ਅਤਿਆਚਾਰ ਨਹੀਂ ਹੋਇਆ। ਤੁਸੀਂ ਦੇਖੋ ਯੂਪੀ ਦੇ ਵਿੱਚ ਉਹ ਸੈਂਟਰ ਐਮਐਲਏ ਕਿਸ ਪਾਰਟੀ ਦਾ ਸੀਗਾ? ਬੀਜੇਪੀ ਪਾਰਟੀ ਦਾ। ਉਹ ਬੇਟੀ ਦਾ ਪੂਰਾ ਪਰਿਵਾਰ ਮਾਰ ਦਿੱਤਾ ਗਿਆ। ਉਹਨੂੰ ਰਾਸ਼ਟਰਪਤੀ ਕਿਉਂ ਨਹੀਂ ਬੋਲਦੇ ਆ? ਤੇਲੰਗਾਨਾ ਦੇ ਵਿੱਚ ਜਿੱਥੇ ਉਹ ਸੰਗੀਤਾ ਨਾਮ ਦੀ ਡਾਕਟਰ ਬੇਟੀ ਦੇ ਨਾਲ ਬਲਾਤਕਾਰ ਹੁੰਦਾ ਵਾ ਤੇ 2 ਦਿਨ ਉਹਨਾਂ ਮੁਜਰਮਾਂ ਨੂੰ ਐਕਟ ਕਰੀ, ਤੀਜੇ ਦਿਨ ਉਹਨਾਂ ਦਾ ਐਨਕਾਊਂਟਰ ਕਰ ਦਿੱਤਾ ਜਾਂਦਾ ਵਾ, ਕਿਉਂਕਿ ਉਹ ਜਿਹੜੀ ਉਹ ਬੇਟੀ ਸੀ ਉਹ ਜਨਰਲ ਕਰਨੀ ਸੀਗੀ। ਪਰ ਜਦੋਂ ਦੇਸ਼ ਦੇ ਵਿੱਚ ਦਲਿਤ ਸਮਾਜ ਦੀ ਬੇਟੀ ਦਾ ਅਤਿਆਚਾਰ ਹੁੰਦਾ, ਕੋਈ ਐਨਕਾਊਂਟਰ ਨਹੀਂ ਹੁੰਦਾ, ਕੋਈ ਕੁਝ ਨਹੀਂ ਹੁੰਦਾ। ਸਗੋਂ ਉਹਨਾਂ ਨੂੰ ਕੀ ਹੈ, ਫਾਂਸੀ ਤੋਂ ਬਚਾਉਣ ਵਾਸਤੇ ਉਹਨਾਂ ਨੂੰ ਸਜ਼ਾ ਕਰਾ ਦਿੱਤੀ ਜਾਂਦੀ ਹੈ ਕਿ ਜੇ ਭਾਈ ਸੋ ਆਰਾਮ ਕਰੋ, ਤੁਹਾਨੂੰ ਕੁਝ ਨਹੀਂ ਹੁੰਦਾ। ਇਹ ਦੋਗਲਾ ਜਿਹੜਾ ਚਰਿੱਤਰ ਆ, ਤੁਸੀਂ ਕਿੱਦਾਂ ਕਹਿੰਦੇ ਹੋ ਵੀ ਜਿਹੜਾ ਦੇਸ਼ ਦਾ ਰਾਸ਼ਟਰਪਤੀ ਆ ਉਹ ਦਲਿਤ ਆ? ਜੇ ਰਾਸ਼ਟਰਪਤੀ ਦਲਿਤ ਹੁੰਦਾ ਤੇ ਅੱਜ ਦੇਸ਼ ਦੀ ਦਲਿਤਾਂ ਬੇਟੀਆਂ ਦੀ ਜਿਹੜੀ ਸਥਿਤੀ ਆ ਉਹ ਹੋਰ ਤਰ੍ਹਾਂ ਦੀ ਹੋਣੀ ਸੀ। ਹੁਣ ਆਪਾਂ ਜੇਕਰ ਗੱਲ ਕਰੀਏ ਫਿਰ ਦੁਬਾਰਾ ਹਾਦਸ ਦੀ ਘਟਨਾ ਦੇ ਉੱਤੇ, ਜਿੱਥੇ ਸੈਂਟਰ ਦੇ ਵਿੱਚ ਇਸ ਵਾਰ ਬੀਜੇਪੀ ਸਰਕਾਰ ਹੈ, ਔਰ ਇੱਕ ਵਾਰੀ ਫਿਰ ਮੈਂ ਉਹੀ ਗੱਲ ਕਹਾਂਗੀ ਕਿ ਜਿੱਥੇ ਸਾਡੇ ਮਾਨਨੀय ਰਾਸ਼ਟਰਪਤੀ ਜੀ ਐਸੀ ਭਾਈਚਾਰੇ ਦੇ ਨੇ, ਉੱਥੇ ਹੀ ਹਾਦਸ ਦੀ ਘਟਨਾ ਨੂੰ ਘਰੇਲੂ ਅੰਜਾਮ ਦਿੱਤਾ ਜਾ ਰਿਹਾ ਹੈ। ਉਸਦੇ ਬ੍ਰਦਰ ਦਾ ਡੀਐਨਏ, ਲੜਕੀ ਦੇ ਬ੍ਰਦਰ ਦਾ ਡੀਐਨਏ ਟੈਸਟ ਕਰਵਾਇਆ ਜਾ ਰਿਹਾ ਹੈ, ਦਿਖਾਇਆ ਜਾ ਰਿਹਾ ਹੈ, ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਪਰਿਵਾਰਿਕ ਮਸਲਾ ਹੈ, ਪਰਿਵਾਰ ਦੇ ਕਾਰਨ ਉਸ ਲੜਕੀ ਦੇ ਨਾਲ ਇਹ ਕੁਝ ਹੋਇਆ। ਉਹਦੇ ਬਾਰੇ ਆਪਣਾ ਕੀ ਕਹਿਣਾ ਚਾਹ ਰਹੇ? ਜੇ ਉਹ ਹਾਦਸ ਦੇ ਵਿੱਚ ਜੇ ਮੁਸਲਿਮ ਠਾਕੁਰ ਨਾ ਹੋ ਕੇ ਮੁਸਲਮਾਨ ਹੁੰਦੇ ਨਾ ਤੇ ਮੈਨੂੰ ਲੱਗਦਾ ਕਿ ਜਿਹੜੀ ਮਨੀਸ਼ਾ ਵਾ, ਜਿਹੜੀ ਦਲਿਤ ਬੇਟੀ ਆ, ਉਹਨੇ ਹਿੰਦੂ ਬੇਟੀ ਹੋਈ ਨਾ ਸੀਗਾ ਤੇ ਦੇਸ਼ ਦੇ ਵਿੱਚ ਮੈਨੂੰ ਲੱਗਦਾ ਹੁਣ ਤੱਕ ਸੈਕੂਲਰ ਦੰਗੇ ਸ਼ੁਰੂ ਹੋ ਜਾਣੇ ਸੀਗੇ। ਜਿਹੜੇ ਆ ਬੀਜੇਪੀ ਨਾਲ ਚੱਲਣ ਵਾਲੇ ਲੋਕ ਆ, ਇਹਨਾਂ ਨੇ ਹੁਣ ਤੱਕ ਇਸ ਦੇਸ਼ ਨੂੰ ਉੱਤਰ ਕਰਕੇ ਰੱਖ ਦੇਣਾ ਸੀਗਾ। ਪਰ ਕੀ ਆ, ਉਸ ਕੁੜੀ ਦੇ ਨਾਲ, ਸਾਡੀ ਭੈਣ ਨਾਲ, ਦੇਸ਼ ਦੀ ਬੇਟੀ ਨਾਲ ਉਹ ਜਿਹੜੀ ਜ਼ਿਆਦਤੀ ਕਰਨ ਵਾਲੇ ਲੋਕ ਆ ਉਹ ਸੁਰਨ ਆ, ਉਹ ਠਾਕੁਰ ਆ ਜੋ
ਸੀਐਮ ਆ ਉਹ ਵੀ ਇੱਕ ਜਨਰਲ ਕਾਸਟ ਤੋਂ ਬਿਲੋਂਗ ਕਰਦਾ ਵਾ ਤੇ ਉਹਨੂੰ ਲੱਗਦਾ ਵਾ ਕਿਤੇ ਨਾ ਕਿਤੇ ਜਿਹੜੀ ਉਹਦੀ ਪਿੱਛੇ ਯੂਪੀ ਦੀ ਘਟਨਾ ਦੇਖੀ ਹੋਣੀ ਕਿ ਯੂਪੀ ਦੇ ਜਿਹੜੇ ਬ੍ਰਾਹਮਣ ਲੋਕ ਆ ਉਹ ਯੂਪੀ ਤੋਂ ਪਲਾਇਨ ਕਰਦੇ ਆ। ਉਹ ਕੀ ਕਹਿੰਦੇ ਆ ਕਿ ਜਦੋਂ ਦਾ ਯੋਗੀ ਸਟੇਟ ਦਾ ਸੀਐਮ ਬਣਿਆ ਵਾ ਨਾ ਤਾਂ ਇੱਥੇ ਹਿੰਦੂ ਸੁਰੱਖਿਅਤ ਆ, ਨਾ ਦਲਿਤ ਸੁਰੱਖਿਅਤ ਆ, ਮੁਸਲਮਾਨ ਸੁਰੱਖਿਅਤ ਆ, ਇੱਥੋਂ ਤੱਕ ਕਿ ਬ੍ਰਾਹਮਣ ਵੀ ਸੁਰੱਖਿਅਤ ਨਹੀਂ ਹੈ। ਵੀ ਉਹ ਫਿਰ ਆਪਣੀ ਰਾਜਨੀਤੀ ਚਮਕਾਉਣ ਉੱਤੇ ਜਿਹੜੇ ਉਹਨਾਂ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਬੱਚੇ ਫਸਾ ਕੇ ਅੰਦਰ ਕਰੀ ਜਾ ਰਹੇ ਆ। ਇਸ ਕਰਕੇ ਸਟੇਟ ਦੇ ਵਿੱਚ ਨਾ ਤਾਂ ਦਲਿਤ ਸੁਰੱਖਿਅਤ ਆ, ਨਾ ਬ੍ਰਾਹਮਣ ਸੁਰੱਖਿਅਤ ਆ, ਨਾ ਜਨਰਲ ਕਾਸਟ ਸੁਰੱਖਿਅਤ ਆ। ਉਹਨਾਂ ਨੂੰ ਸਿਰਫ ਆਪਣੀ ਸੱਤਾ ਦਾ ਮਤਲਬ ਆ ਵੀ ਅਸੀਂ ਸੱਤਾ ਦੇ ਕਾਬਜ ਕਿੱਦਾਂ ਹੋਣਾ। ਤੁਸੀਂ ਦੇਖੋ ਆ ਹੁਣ ਇੱਕ ਹੋਰ ਨਿਊਜ਼ ਜਿਹੜੀ ਚੱਲਦੀ ਪਈ ਆ ਕਿ ਪੰਜਾਬ ਦੀ ਸ਼ਾਇਦ ਮਿਲਟਰੀ ਰਾਜ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਕਿਉਂ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਗੱਲ ਸਮਝਣ ਵਾਲੀ ਆ, ਇਹ ਗੱਲ ਬੜੀ ਬਰੀਕੀ ਵਾਲੀ ਹੈ ਕਿਉਂਕਿ ਇਹ ਗੱਲਾਂ ਨਾ ਬਹੁਤ ਘੱਟ ਲੋਕ ਸਮਝਦੇ ਕਿਉਂਕਿ ਲੋਕਾਂ ਦੇ ਜਿਹੜੇ ਰਾਜਨੀਤਿਕ ਪੱਟੇ ਪਏ ਹੋਏ ਆ। ਕਿਉਂਕਿ ਅੱਜ ਕੱਲ੍ਹ ਲੋਕਾਂ ਨੂੰ ਲੱਗਦਾ ਕਿ ਰਾਜਨੀਤੀ ਸਫਲ ਹੋਣ ਦਾ ਸਭ ਤੋਂ ਸੌਖਾ ਤਰੀਕਾ ਉਹ ਬੀਜੇਪੀ ਹੈ। ਕੋਈ ਬੀਜੇਪੀ ਨਾਲ ਜੁੜ ਜਾਓ ਤਾਂ ਕੋਈ ਨਾ ਕੋਈ ਕੁਰਸੀ ਆ ਉਹ ਮਿਲਣ ਨੂੰ ਤਿਆਰ ਬੈਠੀ ਹੈ। ਇਸ ਦੇਸ਼ ਦੇ ਵਿੱਚ ਮੈਂ ਤੁਹਾਨੂੰ ਗੱਲ ਕਰੀ ਇੱਕ ਆਪਾਂ ਸਟਾਰਟਿੰਗ ਵੀ ਕੀਤੀ ਹੈ ਇਸ ਦੇਸ਼ ਦੇ ਵਿੱਚ ਜਿੱਥੇ ਕਿ ਦਲਿਤ ਸਮਾਜ ਦੀ ਸਥਿਤੀ ਪੰਜਾਬ ਦੇ ਵਿੱਚ ਜਿੰਨੀ ਵਧੀਆ ਵਾ ਉਹ ਪੂਰੇ ਦੇਸ਼ 'ਚ ਕਿਤੇ ਨਹੀਂ ਹੋਣੀ। ਤੇ ਉਹਨੂੰ ਲੱਗਦਾ ਵਾ ਕਿ ਪੂਰੇ ਦੇਸ਼ ਜੋ ਵੀ ਦਲਿਤਾਂ ਨਾਲ ਕਿਤੇ ਅਤਿਆਚਾਰ ਹੁੰਦਾ ਵਾ ਜਾਂ ਕਿਸੇ ਦੀ ਕਾਸਟ ਨਾ ਹੁੰਦਾ ਜਾਂ ਮੁਸਲਮਾਨ ਭਾਈਚਾਰਾ ਨਾ ਹੁੰਦਾ ਜਾਂ ਸਿੱਖਾਂ ਨਾ ਹੁੰਦਾ, ਸਭ ਤੋਂ ਜਿਹੜੀ ਪਹਿਲੀ ਆਵਾਜ਼ ਆ ਜਿਹੜੀ ਸਭ ਤੋਂ ਪਹਿਲੀ ਆਵਾਜ਼ ਆ ਉਹ ਪੰਜਾਬ ਚੱਕੀ ਜਾਂਦੀ ਹੈ। ਇਸ ਕਰਕੇ ਪੰਜਾਬ ਨੂੰ ਵੀ ਇਹ ਗੁੰਗਾ ਬੋੜਾ ਬਹਿਰਾ ਬਣਾਉਣਾ ਚਾਹੁੰਦੇ ਆ ਕਿ ਇੱਥੇ ਜਿਹੜੇ ਲੋਕ ਆ ਉਹਨਾਂ ਦੇ ਅੰਦਰ ਇੰਨਾ ਡਰ ਪੈਦਾ ਕਰ ਦਿੱਤਾ ਜਾਵੇ ਜਿੱਦਾਂ ਕਿ ਇਹਨੇ ਜੰਮੂ ਕਸ਼ਮੀਰ ਦੇ ਵਿੱਚ 370 ਧਾਰਾ ਨੂੰ ਤੋੜਨ ਵਾਸਤੇ ਉੱਥੇ ਦੇ ਲੋਕਾਂ ਨੇ ਜ਼ਿਆਦਤੀ ਕੀਤੀ ਹੈ। 3 ਮਹੀਨੇ ਇਹਨਾਂ ਨੇ ਉੱਥੇ ਦੀ ਜਿਹੜੀ ਹੈ ਤੁਸੀਂ ਦੇਖੋ ਉਹਨਾਂ ਦੇ ਫੋਨ ਬੰਦ ਕਰਕੇ ਰੱਖੇ, ਉਹਨਾਂ ਦੀ ਇੰਟਰਨੈਟ ਸੇਵਾ ਬੰਦ ਕਰਕੇ ਰੱਖੀ। ਕਿਉਂ? ਕਿਉਂਕਿ ਬੰਦੂਕ ਦੇ ਜ਼ੋਰ ਤੇ ਇਹ ਲੋਕ ਰਾਹ ਲੈਣਾ ਚਾਹੁੰਦੇ ਆ ਤੇ ਉਹਨਾਂ ਦੀ ਇਹੀ ਸਥਿਤੀ ਪੰਜਾਬ 'ਚ ਵੀ ਕਰਨਾ ਚਾਹੁੰਦੇ ਆ। ਪਰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਕਿ ਪੰਜਾਬ ਜਿਹੜੀ ਸਟੇਟ ਆ ਉਹ ਯੋਧਿਆਂ ਦੀ ਸਟੇਟ ਆ। ਇੱਥੇ ਉਹ ਲੋਕ ਰਹਿੰਦੇ ਆ ਜਿਹੜੇ ਸੀਸ ਤਰੀ ਤੇ ਲੈ ਕੇ 100 ਬੰਦੇ ਨੂੰ ਇੱਕ ਬੰਦਾ ਮਾਰਦਾ ਵਾ। ਜਿਹੜੀ ਤੁਹਾਡੀ ਗਲਤਫਹਿਮੀ ਆ ਪੰਜਾਬ ਦੇ ਲੋਕ ਕੱਢ ਕੇ ਰੱਖ ਦੂਗੇ। ਇੱਥੇ ਉਹ ਯੋਧੇ ਰਹਿੰਦੇ ਆ ਜਿਹੜੇ ਸਵਾ ਲੱਖ ਨਾ ਇੱਕ ਯੋਧਾ ਲੜਿਆ ਵਾ। ਇਹ ਉਹਨਾਂ ਯੋਧੇ ਦੀ ਧਰਤੀ ਹੈ ਵੀ ਇੱਥੇ ਜਿਹੜਾ ਤੁਹਾਡਾ ਬੰਦੂਕ ਦਾ ਜ਼ੋਰ ਉਹ ਚੱਲੂਗਾ ਨਹੀਂ। ਡੋਗਰਿਆਂ ਦੀ ਜੇਕਰ ਦੇਖਿਆ ਜਾਵੇ ਜ਼ਿੰਮੇਵਾਰੀਆਂ ਦੇ ਉੱਤੇ ਤਾਂ ਤੁਸੀਂ ਇੱਕ ਪਿਤਾ ਵੀ ਹੋ, ਇੱਕ ਭਰਾ ਵੀ ਹੋ ਔਰ ਇੱਕ ਬੇਟੇ ਵੀ ਹੋ ਤੇ ਹਾਦਸੇ ਦੀ ਘਟਨਾ ਨੂੰ ਦੇਖਦੇ ਹੋਏ ਤੁਸੀਂ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਦੇਖੋ ਪਹਿਲਾਂ ਤਾਂ ਮੈਨੂੰ ਲੱਗਦਾ ਵਾ ਕਿ ਦਲਿਤ ਸਮਾਜ ਜਿਹੜਾ ਵਾ ਜਿੰਨਾ ਵੀ ਆ ਉਹ ਮੈਨੂੰ ਲੱਗਦਾ ਵੀ ਸਰਕਾਰ ਤੇ ਤਾਂ ਆਸ ਰੱਖੇ ਹੀ ਨਾ। ਜੇ ਸਰਕਾਰਾਂ ਨੇ ਸਾਡੀ ਸੁਣਨੀ ਹੁੰਦੀ ਤੇ ਇਹ ਕੰਮ ਹੀ ਨਹੀਂ ਹੋਣਾ ਸੀ। ਪਰ ਫਿਰ ਵੀ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਇੱਕ ਜ਼ਰੂਰ ਅਪੀਲ ਕਰਨਾ ਚਾਹੁੰਦਾ ਹਾਂ ਸਰਕਾਰ ਨੂੰ ਕਿ ਹਮੇਸ਼ਾ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਧੀਆਂ ਭੈਣਾਂ ਬੇਟੀਆਂ ਸਾਰੇ ਦੇ ਘਰਾਂ 'ਚ ਜੀ ਉਹਨਾਂ ਦਲਿਤਾਂ ਜਿਹੜੀ ਧੀਆਂ ਵਾ ਭੈਣਾਂ ਵਾ ਮਾਵਾਂ ਵਾ ਨਾ ਉਹ ਦਲਿਤਾਂ ਨਾ ਉਹ ਮੁਸਲਿਮ ਨਾ ਉਹ ਸਿੱਖ ਨਾ ਉਹ ਈਸਾਈ ਜੀ। ਤੁਹਾਨੂੰ ਯਾਦ ਹੋਣਾ ਗੁਰੂ ਮਹਾਰਾਜ ਗੱਲ ਕਰਦੇ ਆ ਸੋ ਕੋ ਮੰਦਾ ਆਖੀਏ ਜਿਤ ਜੰਮੇ ਰਾਜਾਨ ਜੀ ਕਿ ਜਦੋਂ ਉਸ ਜਨਨੀ ਨੂੰ ਭਗਵਾਨ ਵਾਲਮੀਕੀ ਮਹਾਰਾਜ ਆਪਣੀ ਕਲਮ ਲਿਖਦੇ ਆ ਜਨਨੀ और जन्म भूमि स्वर्ग से बढ़ते हैं ਤੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਨਾਲ ਲਿਖਦੇ ਆ। ਉਸ ਤੋਂ ਬਾਅਦ ਗੁਰੂ ਮਹਾਰਾਜ ਵੀ ਲਿਖਦੇ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੋ ਕੋ ਮੰਦਾ ਆਖੀਏ ਜਿਤ ਜੰਮੇ ਰਾਜਾਨ। ਉਹ ਜਿਨ੍ਹਾਂ ਨੂੰ ਗੁਰੂ ਮਹਾਰਾਜ ਤੱਕ ਸੀਜ਼ਨ ਬਣਦੇ ਆ ਜਿਨ੍ਹਾਂ ਨੂੰ ਗੁਰੂ ਮਹਾਰਾਜ ਇਸ ਸ੍ਰਿਸ਼ਟੀ ਦੇ ਪਾਲਣਹਾਰ ਵੀ ਸੀਸ ਨਿਭਾਉਂਦੇ ਆ ਤੇ ਸਾਨੂੰ ਉਹਨਾਂ ਦੇ ਵਾਸਤੇ ਸਰਕਾਰ ਦੇ ਵੀ ਹੱਥ ਬਣੇ ਪੈਂਦੇ ਆ। ਇਸ ਦੇਸ਼ ਦਾ ਸਭ ਤੋਂ ਵੱਡਾ ਜਿਹੜਾ ਦੁਰਭਾਗਿਆ ਇਹ ਆ ਵੀ ਜੇ ਤੂੰ ਮਾਂ ਨੂੰ ਜਿਸ ਬੇਟੀ ਨੂੰ ਇਸ ਦੇਸ਼ ਦੇ ਗੁਰੂ ਮਹਾਰਾਜ ਜਿਨ੍ਹਾਂ ਦਾ ਨਾਮ ਲੈ ਕੇ ਇਸ ਦੇਸ਼ ਦੀ ਸੱਤਾ ਚੱਲਦੀ ਆ, ਇਸ ਦੇਸ਼ ਦਾ ਸੰਵਿਧਾਨ ਚੱਲਦਾ ਵਾ, ਇਸ ਦੇਸ਼ ਦੇ ਵਿਧਾਨ ਸਭਾ ਲੋਕ ਸਭਾ ਚੱਲਦੀ ਆ ਤੇ ਉਹਨਾਂ ਧੀਆਂ ਭੈਣਾਂ ਬੇਟੀਆਂ ਨੂੰ ਸਾਬਤ ਦਿਵਾਉਣ ਵਾਸਤੇ ਵੀ ਸਾਨੂੰ ਇਹਨਾਂ ਦੇਸ਼ ਦੀਆਂ ਸਰਕਾਰਾਂ ਦੇ ਹੱਥ ਜੋੜਨੇ ਪੈਂਦੇ ਆ ਵੀ ਇਹ ਧੀਆਂ ਭੈਣਾਂ ਇਹ ਤੁਹਾਡੀਆਂ ਵੀ ਆ, ਤੁਹਾਡੇ ਪਰਿਵਾਰਾਂ 'ਚ ਵੀ ਕੁੜੀਆਂ ਵਾ, ਤੁਹਾਡੀਆਂ ਵੀ ਮਾਵਾਂ ਭੈਣਾਂ ਬੇਟੀਆਂ ਵਾ। ਇਹਨਾਂ ਵੱਲ ਦੇਖੋ ਕੋਈ ਜਿੱਥੇ ਤੁਸੀਂ ਗਾਵਾਂ ਦੇ ਉੱਤੇ ਇੰਨੇ ਵੱਡੇ ਕਾਨੂੰਨ ਲੈ ਕੇ ਆਉਂਦੇ ਹੋ ਤੇ ਦੇਸ਼ ਦੀ ਬੇਟੀ ਵਾਸਤੇ ਕਿਉਂ ਤੁਹਾਡੀ ਜਿਹੜੀ ਕਲਮ ਆ ਕਿਉਂ ਜਿਹੜਾ ਤੁਹਾਡਾ ਮੂੰਹ ਆ ਜਿਹੜੇ ਤੁਹਾਡੀ ਅੱਖਾਂ ਵਾ ਉਹ ਕਿਉਂ ਬੰਦ ਹੋ ਜਾਂਦੀਆਂ? ਕਿਉਂ ਇਹਨਾਂ ਭੈਣ ਬੇਟੀਆਂ ਵਾਸਤੇ ਤੁਹਾਡੇ ਕੋਲ ਸਖਤ ਕਾਨੂੰਨ ਕਿਉਂ ਨਹੀਂ ਕੀਤੇ ਜਾਂਦੇ? ਜਦੋਂ ਇੱਕ ਗਾਂ ਦੇ ਮਰਨ ਦੇ 302 ਦਾ ਮੁਕੱਦਮਾ ਦਰਜ ਹੋ ਜਾਂਦਾ ਵਾ, ਬੇਗਰੋਹ ਦਾ ਮੁਕੱਦਮਾ ਦਰਜ ਹੋ ਜਾਂਦਾ ਵਾ ਤੇ ਉੱਥੇ ਹੀ ਦੇਸ਼ ਦੀ ਬੇਟੀ ਨੂੰ ਬਚਾਉਣ ਵਾਸਤੇ ਕਿਉਂ ਤੁਹਾਡੀ ਜਿਹੜੀ ਕਲਮ ਆ ਉਹ ਟੁੱਟ ਜਾਂਦੀ ਆ। ਡੋਕਟਰ ਜੀ ਮੈਂ ਤੁਹਾਡੀ ਫੀਲਿੰਗ ਸਮਝਦੀ ਹਾਂ ਜਦੋਂ ਗੱਲ ਆਉਂਦੀ ਹੈ ਕਿ ਮੈਂ ਦੇ ਤਾਂ ਨੈਚੁਰਲੀ ਮੈਂ ਤਾਂ ਹਰ ਵਾਰੀ ਦੇਖਿਆ ਕਿ ਤੁਹਾਡੇ ਤੋਂ ਤੁਹਾਡਾ ਜਿਹੜਾ ਇਹ ਜਜ਼ਬਾ ਹੈ ਉਹਦਾ ਨਹੀਂ ਤੁਸੀਂ ਉਸ ਨੂੰ ਰੋਕ ਪਾਉਂਦੇ ਤੇ ਚਲੋ ਆਪਾਂ ਜੇ ਹੁਣ ਗੱਲ ਕਰੀਏ ਇਸ ਸਮੇਂ ਦੀ ਤੁਸੀਂ ਪੰਜਾਬ ਸਰਕਾਰ ਨੂੰ ਜੋ ਕਹਿਣਾ ਚਾਹਦੇ ਸੀ ਉਹ ਤੁਹਾਡੀ ਫੀਲਿੰਗ ਦੇ ਜਰੀਏ ਜਿਹੜੇ ਵੀ ਸਾਡੇ ਪੰਜਾਬ ਸਰਕਾਰ ਦੇ ਨੁਮਾਇੰਦੇ ਸੁਣਨਗੇ ਤਾਂ ਉਹ ਸਮਝ ਸਕਦੇ ਨੇ ਇਸ ਦਰਦ ਨੂੰ। ਤੇ ਜੇਕਰ ਆਪਾਂ ਗੱਲ ਕਰੀਏ ਆਪਣੇ ਸੈਂਟਰ ਸਰਕਾਰ ਦੀ ਤਾਂ
ਸ਼੍ਰੀ ਨਰਿੰਦਰ ਮੋਦੀ ਜੀ ਨੂੰ ਤੁਸੀਂ ਹਾਥਰਸ ਦੀ ਘਟਨਾ ਦੇ ਲਈ ਕੀ ਕਹਿਣਾ ਚਾਹੁੰਦੇ ਹੋ? ਮੈਡਮ ਕੁਛ ਨਹੀਂ ਕਹਿਣਾ ਚਾਹੁੰਦਾ, ਜਿਹੜੀ ਖੁਦ ਬੇਲੋੜੀ ਸਰਕਾਰ ਨੂੰ ਮੈਂ ਕੀ ਕਹਾਂ। ਜੀ ਔਲਾਦ ਦਾ ਦਰਦ ਤਾਂ ਉਹੀ ਸਮਝ ਸਕਦਾ ਵਾ ਜਿਹਦੇ ਘਰ 'ਚ ਖੁਦ ਔਲਾਦ ਹੈ। ਜਿਹਦੇ ਔਲਾਦ ਨੂੰ ਕੀ ਸਮਝੂਗਾ। ਜੀ ਸੈਂਟਰ ਸਰਕਾਰ ਜਿਹਦੇ ਗਾਵਾਂ ਲਈ ਇੰਨੇ ਵੱਡੇ ਵੱਡੇ ਕਾਨੂੰਨ ਲੈ ਕੇ ਆ ਰਹੀ ਹੈ, ਤੁਸੀਂ ਦੇਖੋ ਕਿੱਦਾਂ ਰਾਤੋਂ-ਰਾਤ ਬਿੱਲ ਆਉਂਦਾ ਤੇ ਰਾਤੋਂ-ਰਾਤ ਪਾਸ ਹੋ ਜਾਂਦਾ। ਜੀ। ਇੱਕ ਗਾਂ ਨੂੰ ਬਚਾਉਣ ਵਾਸਤੇ ਜਾਂ ਗਾਂ ਤੁਸੀਂ ਪਹਿਲੂ ਖਾਨ ਦਾ ਤੁਹਾਨੂੰ ਕਿੱਸਾ ਯਾਦ ਹੋਣਾ, ਕਿਤੇ ਕਈ ਕਿੱਸੇ ਆ ਜਿਹੜੇ ਪਿੱਛੋਂ ਡਿਬੇਟ ਬੜੀ ਲੰਬੀ ਹੋ ਜਾਣੀ ਆ ਕਿ ਗਾਂ ਨੂੰ ਬਚਾਉਣ ਵਾਸਤੇ ਤਾਂ ਦੇਸ਼ ਵਿਰੋਧੀ ਮੁਕੱਦਮੇ ਕਰਨਾ ਚਾਹੁੰਦੇ ਆ, ਪਰ ਦੇਸ਼ ਦੀ ਬੇਟੀ ਨੂੰ ਬਚਾਉਣ ਵਾਸਤੇ ਕੋਈ ਆਹ ਗੱਲ ਨਹੀਂ ਮਾਰਦਾ। ਇਸ ਦੇਸ਼ ਵਿੱਚ ਤੁਸੀਂ ਦੇਖੋ ਕਿੱਦਾਂ ਬੇਟੀਆਂ ਦੇ ਨਾਲ ਬਦਕਾਰ ਹੋ ਰਹੀ ਹੈ, ਕਿੱਦਾਂ ਬੇਟੀਆਂ ਨੂੰ ਮਾਰਿਆ ਜਾ ਰਿਹਾ ਵਾ। ਬੇਟੀ ਦੀ ਜਿਹੜੀ ਸਥਿਤੀ ਆ ਅੱਜ ਜਾਨਵਰ ਤੋਂ ਵੀ ਜਿਹੜੀ ਬਦਤਰ ਹੋ ਚੁੱਕੀ ਹੈ, ਪਰ ਦੇਸ਼ ਸਰਕਾਰ ਦੇ ਕੋਈ ਕਰਨ ਦੀ ਜੂ ਨਹੀਂ ਰਹਿੰਦੀ। ਸਰਕਾਰ ਨੂੰ ਕੀ ਹੈ, ਉੱਥੇ ਆ ਕਰ ਲਓ ਜੀ, ਫਲਾਣੀ ਜਗ੍ਹਾ ਮੰਦਰ ਬਣਾ ਲਓ ਜੀ। ਹੁਣ ਤੁਸੀਂ ਦੇਖੋ ਅੱਜ ਮੈਂ ਇੱਕ ਟੀਵੀ ਤੇ ਨਿਊਜ਼ ਦੇਖ ਰਿਹਾ ਸੀ ਕਿ ਕੁੰਭ ਦੇ ਮੇਲੇ ਦੇ ਉੱਤੇ 4200 ਕਰੋੜ ਰੁਪਏ ਦਾ ਜਿਹੜਾ ਪੈਕੇਜ ਹੈ ਉਹ ਸਰਕਾਰ ਦੇ ਰਹੀ ਹੈ। ਜੀ ਜਿੱਥੇ ਇੱਕ ਗਾਂ ਦੇ ਮਰਨ ਦੇ ਉੱਪਰ ਸਰਕਾਰ ਨਵੇਂ ਬਿੱਲ ਲੈ ਕੇ ਆ ਰਹੀ ਹੈ, ਨਵੇਂ ਕਾਨੂੰਨ ਲੈ ਕੇ ਆ ਰਹੀ ਹੈ। ਉਸ ਗਊਸ਼ਾਲਾ ਦੇ ਦੇਖ ਰੇਖ ਵਾਸਤੇ ਇੰਨੇ ਜਿਹੜੇ ਬਿੱਲ ਪਾਸ ਹੋ ਰਹੇ। ਅੱਜ ਮੈਂ ਇੱਕ ਵੱਡੇ ਚੈਨਲ ਤੇ ਅੱਜ ਤੱਕ ਤੇ ਖਬਰ ਦੇਖ ਰਿਹਾ ਸੀਗਾ ਕਿ ਯੂਪੀ ਸਰਕਾਰ ਨੇ ਕਿਹਾ ਕਿ 4200 ਕਰੋੜ ਰੁਪਇਆ ਜਿਹੜਾ ਕੁੰਭ ਦੇ ਮੇਲੇ ਦੇ ਉੱਪਰ ਖਰਚਾ ਨਹੀਂ ਬਿੱਲ ਪਾਸ ਕੀਤਾ ਜਾ ਰਿਹਾ ਵਾ। ਜੀ ਤੇ ਉੱਥੇ ਹੀ ਜਿਹੜੀ ਦੇਸ਼ ਦੀ ਬੇਟੀ ਮਨੀਸ਼ਾ ਵਾ, ਜਿਹੜੀ ਉਹਨਾਂ ਦੀ ਜਿਆਦਤੀ ਹੁੰਦੀ ਆ, ਅਤਿਆਚਾਰ ਹੁੰਦਾ ਉਸ ਗਰੀਬ ਪਰਿਵਾਰ ਨੂੰ ਸਹਾਇਤਾ ਰਾਸ਼ੀ ਕਿੰਨੀ ਸਰਕਾਰ ਕੀ ਮੁਆਵਜ਼ਾ ਦੇਣ ਦੀ ਗੱਲ ਕਰਦੀ ਹੈ, ਸਿਰਫ 25 ਲੱਖ ਰੁਪਈਆ। ਜੀ ਇੱਕ ਮੇਲੇ ਵਾਸਤੇ ਤੁਸੀਂ 4200 ਕਰੋੜ ਰੁਪਈਆ ਪਾਸ ਕਰ ਰਹੇ ਹੋ, ਤੇ ਉੱਥੇ ਉਸ ਦੇਸ਼ ਦੀ ਬੇਟੀ ਨੂੰ ਜਿਹਨੂੰ ਇੰਨੀ ਹਿਮਾਇਤ ਨਾਲ ਜਿਹਦੀ ਜੀਭ ਤੱਕ ਵੜ ਦਿੱਤੀ ਗਈ, ਗਰਦਨ ਦੀ ਹੱਡੀ ਤੋੜ ਦਿੱਤੀ ਗਈ, ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ, ਉਹਨੂੰ ਤੁਸੀਂ 25 ਲੱਖ ਰੁਪਈਆ ਸਰਕਾਰ ਕਹਿ ਰਹੀ ਹੈ ਕਿ ਸਿਰਫ 25 ਲੱਖ ਰੁਪਈਆ ਅਸੀਂ ਦੇਣੇ ਆ। ਤੇ ਮੈਂ ਸਰਕਾਰ ਨੂੰ ਜੋਨੀ ਡੂਮਰਾ ਲੁਧਿਆਣੇ ਸ਼ਹਿਰ ਤੇ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਸਰਕਾਰ ਹੋ ਕੇ ਇਸ ਦੇਸ਼ ਦੀ 25 ਲੱਖ ਦੀ ਗੱਲ ਕਰਦੇ ਹੋ, ਤੇ ਜੋਨੀ ਡੂਮਰਾ ਇੱਕ ਸਮਾਜ ਸੇਵਕ ਹੋਣ ਦੇ ਨਾਤੇ ਆਪਣੀ ਭੈਣ ਨੂੰ 25 ਲੱਖ ਰੁਪਈਆ ਮੈਂ ਉਸ ਤੋਂ ਬਾਹਰ ਕੇ ਸਰਕਾਰ ਨੂੰ 25 ਲੱਖ ਰੁਪਏ ਦੇਣਾ। ਮੇਰੇ ਕੋਲ ਨਹੀਂ, ਮੇਰੇ ਘਰੋਂ ਵੀ ਮੰਮੀ ਨੂੰ 25 ਲੱਖ ਦਾ ਚੈੱਕ ਲੈ ਜਾਓ ਆ ਕੇ, ਚਾਹੇ ਮੈਨੂੰ ਆਪਣਾ ਘਰ ਕਿਉਂ ਨਾ ਵੇਚਣਾ ਪਵੇ, ਤੁਹਾਨੂੰ 25 ਲੱਖ ਦੇਣ ਨੂੰ ਮੈਂ ਆਪਣਾ ਘਰ ਹੀ ਵੇਚ ਦੂੰਗਾ, ਤੁਹਾਨੂੰ 25 ਲੱਖ ਰੁਪਏ ਦੇਣ ਨੂੰ। ਪਰ ਜਿਨ੍ਹਾਂ ਨੇ ਉਸ ਬੇਟੀ ਨਾਲ ਜ਼ਿੰਦਗੀ ਕੀਤੀ ਆ, ਉਹ ਇਹ ਬੰਦੇ ਉਹ ਲਿਆ ਕੇ ਵਾਲਮੀਕੀ ਸਮਾਜ ਲੁਧਿਆਣੇ ਦੇ ਵਾਲਮੀਕੀ ਸਮਾਜ ਦੇ ਹਵਾਲੇ ਕਰ ਦੋ, 25 ਲੱਖ ਰੁਪਈਆ ਮੇਰੇ ਘਰ ਨੂੰ ਵੇਚ ਕੇ ਲੈ ਜਾਓ। ਦੇਖਣ ਵਾਲੀ ਗੱਲ ਇਹ ਹੈ, ਜਦੋਂ ਵੀ ਬੱਚਿਆਂ ਦਾ ਮਾਮਲਾ ਆਉਂਦਾ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਹਰ ਇਨਸਾਨ ਦਾ ਖੂਨ ਖੋਲਦਾ ਹੈ। ਔਰ ਜੇਕਰ ਆਪਾਂ ਗੱਲ ਕਰੀਏ ਜੋ ਸਰਕਾਰ ਨੇ 25 ਲੱਖ ਰੁਪਏ ਦੀ ਗੱਲ ਕੀਤੀ ਹੈ, ਕਿਤੇ ਨਾ ਕਿਤੇ ਜਾ ਕੇ ਇੱਥੇ ਸਰਕਾਰ ਦੀ ਇੱਕ ਕਮੀ ਨਜ਼ਰ ਆਉਂਦੀ ਹੈ, ਕਿਉਂਕਿ 25 ਲੱਖ ਦੇ ਨਾਲ ਉਸਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਤਾਂ ਦਿੱਤੀ ਗਈ, ਪਰ ਉਸ ਬੱਚੀ ਦੀ ਜ਼ਿੰਦਗੀ ਵਾਪਸ ਨਹੀਂ ਆਣੀ। 25 ਲੱਖ ਦੇ ਨਾਲ ਲੈ ਕੇ ਵੀ ਪਰਮਾਤਮਾ ਨੇ ਉਸ ਬੱਚੀ ਦੀ ਜ਼ਿੰਦਗੀ ਵਾਪਸ ਨਹੀਂ ਦੇਣੀ। ਸਿਟੀ ਲਾਈਵ ਚੈਨਲ ਦੇ ਜ਼ਰੀਏ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਹਾਥਰਸ ਦੀ ਘਟਨਾ ਨੂੰ ਲੈ ਕੇ ਸਾਡੀ ਸੈਂਟਰ ਸਰਕਾਰ ਔਰ ਸਾਡੀ ਪੰਜਾਬ ਸਰਕਾਰ ਕੀ ਔਰਤਾਂ ਲਈ ਕੀ ਕਰਦੀ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅੱਜ ਅਸੀਂ ਰੂਬਰੂ ਕਰਵਾਇਆ ਹੈ ਜੋਨੀ ਡੂਮਰਾ ਜੀ ਦੇ ਨਾਲ ਹਾਥਰਸ ਦੀ ਘਟਨਾ ਨੂੰ ਲੈ ਕੇ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੁਧਿਆਣਾ ਦੀਆਂ ਹੋਰ ਹਸਤੀਆਂ ਦੇ ਨਾਲ ਵੀ ਇਸੇ ਮੁੱਦੇ ਦੇ ਉੱਤੇ ਮਿਲਾਵਾਂਗੇ। ਆਉਣ ਵਾਲੇ